सानू कहते भी तुहानू टैक्स भरन की लोड़ नहीं, असीं बैठे हाँ, बेफिक्र होकर चलाओ। चला के 10 महीने अज कहते जी हुण साडे राजा जी नहीं मानते, लो हुण राजा जी की फड़ लो पूछ। हुण अज साडियां 50-60 बसां अंदर दे रखियां इन्हां ने, हुण असीं क्यों भरांगे टैक्स? सरकार आपदे पैर ते कुहाड़ा आप ही मार रही है। शायद ही पंजाब 'च कोई ऐसा थाना होवे ਜਾਂ कोई रोडवे का डिपू होवे जिथे साडी बस ना बंद होवे। कैमरे वाला हमेशा नाल ही रखते हो, तो माड़ा जा इस कैमरे का मूँह उधर भी घुमा लो भी उन्हां दीयां किन्नियां बसां अंदर दित्तियां। 2 करोड़ तो उपर टैक्स अज की घड़ी करतार बस सर्विस का जलंधर तो उन्हां दा टुटिया होया, 1 करोड़ तो उपर टैक्स ग्रीन रोडवे का टुटिया होया। राजा वड़िंग ने ट्रांसपोर्ट महकमा मंग के लिया सी, वो थोड़े वास्ते मंगया सी। लग तां ही रिहा जी जिवें साडे वास्ते मंगिया सी। इन्हां दा मकसद सिर्फ यही है भी मैं फाइनैंशियली इन्हां नूं डाउन करता ताकि कल नूं मेरे सामने इलैक्शन ना लड़ सकन। मैं तो अज भी मानता भी असीं डिफॉल्ट हों। सब सरकारी रूटां दे एक बस दे मगर 2-2 लातियां तां कि कोई बस जिहड़ी है रोडवेज चढ़े ही ना। एक लाल पैसा साबित करते हैं ये भी असीं टैक्स चोरी किया, मैं सारियां बसां खड़ियां कर दूँ। है तो फिर सरकारां दी नलायकी, चाहे अकाली दल होवे ते चाहे कांग्रेस होवे, है तो नलायकी मानदे हो ना तुसीं भी सरकारी चीज़ां दी केयर ना करनी। हरदीप सिंह डिंपी ढिल्लों कल्ला नहीं गा जिन्हें टैक्स नहीं भरिया, पंजाब दी किसी ट्रांसपोर्ट ने भी नहीं भरिया। हुण रोडवेज PRTC नूं कही जांदा मैं कामयाब करता, 400 करोड़ रुपया PRTC का ड्यू अज। ये किहड़ा जादू सी भी हुण राह च लगातार ही बसां वधी गईयां तुहाडीਆਂ? असीं तां गांह वेखी ने भी हुण कामयाब होई, हुण बिजनेस चलिया, हुण बिजनेस चलिया। अकाली दल दे राज दी ढीक करदे उदों कामयाब होण दी कि होर? नहीं, तुहाडी कांग्रेस दी जमात दी ਇਹ एक तरह की फितरत मैं तो समझूंगा भी पहला जबान कर लो बाद च मुकर जाओ। सारे जट किसान भरा इन्हां ने कांग्रेस पार्टी ने डिफॉल्टर करते। कैप्टन साहब दे एक बयाना भी तुसीं किसी ने कर्जा नहीं देना मैं देऊंगा। ਜਦੋਂ ਦੀਪ ਬੱਸ ਸੜਕ ਤੇ ਜਾਵੇ ਤਾਂ ਸੜਕ ਤੋਂ ਫਟਾਫਟ ਥੱਲੇ ਉਤਰ ਜੋ, ਐ ਨਹੀਂ ਪਤਾ ਉੱਤੇ ਚੜਾ ਦੇਣਾ। ਪੂਰੀ ਡਰਾਈਵਰਾਂ ਨੂੰ ਸ਼ਹਿ ਦਿੱਤੀ ਹੋਈ ਸੀ ਉਦੋਂ ਤੁਸੀਂ। जो चीज़ बाहर लिफाफेबाजी साडे मंत्री जी दिखा रहे आ वो है नहीं, ਉਹਦੇ ਉਲਟਾ ਸਾਰਾ। ਇਹਨਾਂ ਨੂੰ ਚਾਹ ਪੂਰਾ ਕਰ ਲੈਣ ਦੋ ਬੱਸਾਂ ਅੰਦਰ ਦੇਣ ਦਾ, ਕੋਈ ਗੱਲ ਨਹੀਂ। ਅੱਜ ਇਹਨਾਂ ਦਾ ਟਾਈਮ ਆ, ਕੱਲ੍ਹ ਨੂੰ ਸਾਡਾ ਆ ਜਾਊਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਪੰਜਾਬ ਦੀ ਕੈਬਨਿਟ ਦੇ ਵਿੱਚ ਸਭ ਤੋਂ ਚਰਚਿਤ ਮੰਤਰੀ ਨੇ ਇਸ ਵਕਤ ਰਾਜਾ ਵੜਿੰਗ, ਤੇ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ, ਤੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਉਹ ਵਾਰ-ਵਾਰ ਨਾਮ ਲੈਂਦੇ ਨੇ ਸਭ ਤੋਂ ਚਰਚਿਤ ਇਸ ਵਕਤ ਹੋਏ ਨੇ ਟਰਾਂਸਪੋਰਟਰ, ਜਿਨ੍ਹਾਂ ਦੀ ਟਰਾਂਸਪੋਰਟ ਦਾ ਨਾਮ ਨਿਊਦੀਪ ਤੇ ਮਾਲਕ ਦਾ ਨਾਮ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ, ਜੋ ਕਿ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਖਿਲਾਫ ਚੋਣ ਲੜੇ ਸੀ। ਤਾਂ ਉਹਨਾਂ ਦੇ ਉੱਤੇ ਉਹ ਟੈਕਸ ਚੋਰੀ ਦਾ ਤੇ ਕਈ ਹੋਰ ਇਲਜ਼ਾਮ ਲਗਾਉਂਦੇ, ਤੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਉਹ ਖਾਸ ਕਰਕੇ ਕਹਿ ਰਿਹਾ ਕਿ ਅਸੀਂ ਜੋ ਬਾਦਲ ਪਰਿਵਾਰ ਵੱਲੋਂ ਜਾਂ ਬਾਦਲਾਂ ਦੇ ਚਹੇਤਿਆਂ ਵੱਲੋਂ ਨਜਾਇਜ਼ ਟਰਾਂਸਪੋਰਟ ਮਾਫੀਆ ਸ਼ੁਰੂ ਕੀਤਾ ਹੋਇਆ ਉਸ 'ਤੇ ਨਕੇਲ ਪਾ ਰਹੇ ਹਾਂ। ਨਾਲ ਹੀ ਉਹ ਇਹ ਵੀ ਕਹਿ ਰਹੇ ਆ ਕਿ ਪਿਛਲੇ ਸਾਲ ਦੇ ਵਿੱਚ ਜੋ ਟੈਕਸ ਚੋਰੀਆਂ ਜੋ ਹੋਰ ਕਪਲੇ ਹੋਏ ਆ ਉਹਨਾਂ ਨੂੰ ਵੀ ਉਜਾਗਰ ਕਰ ਰਹੇ ਆ, ਤੇ ਹਰ ਰੋਜ਼ ਉਹ ਬੱਸ 'ਚ ਚੜ੍ਹ ਜਾਂਦੇ, ਕਿਸੇ ਦੇ ਵਿੱਚ ਛਾਪੇਮਾਰੀ ਕਰਦੇ ਆ, ਤੇ ਹਰ ਰੋਜ਼ ਇਹ ਵੀ ਬਿਆਨ ਦਿੰਦੇ ਆ ਕਿ ਹੁਣ ਜਿਹੜੀ ਮੈਂ ਆ ਉਹ PRTC ਰੋਡਵੇਜ਼ ਨੂੰ ਵਾਧੇ ਦੇ ਵਿੱਚ ਲੈ ਕੇ ਜਾ ਰਿਹਾ। ਤਾਂ ਜਿਨ੍ਹਾਂ ਦਾ ਉਹ ਸਭ ਤੋਂ ਵੱਧ ਜ਼ਿਕਰ ਕਰਦੇ ਨੇ ਉਹ ਉਹਨਾਂ ਦੇ ਖਿਲਾਫ ਚੋਣ ਵੀ ਲੜ ਚੁੱਕੇ ਨੇ ਹਰਦੀਪ ਸਿੰਘ ਡਿੰਪੀ ਜੀ, ਉਹ ਸਾਡੇ ਨਾਲ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੈਂ ਲੋਕ ਆਵਾਜ਼ ਦੇ ਜਿੰਨੇ ਵੀ ਸਰੋਤੇ ਆ ਜੀ, ਸਾਰਿਆਂ ਨੂੰ ਹੱਥ ਬੰਨ੍ਹ ਕੇ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ? ਰਾਜਾ ਵੜਿੰਗ ਨੇ ਟਰਾਂਸਪੋਰਟ ਮਹਿਕਮਾ ਮੰਗ ਕੇ ਲਿਆ ਸੀ, ਉਹ ਤੁਹਾਡੇ ਵਾਸਤੇ ਮੰਗਿਆ ਸੀ? ਲੱਗ ਤਾਂ ਹੀ ਰਿਹਾ ਜੀ ਜਿਵੇਂ ਸਾਡੇ ਵਾਸਤੇ ਮੰਗਿਆ ਸੀ, ਕਿਉਂਕਿ ਕਲੀਆਂ ਤੁਸੀਂ ਦੇਖਿਆ ਹੋਣਾ 1 ਮਹੀਨੇ ਤੋਂ ਮਤਲਬ ਕਿ ਸਾਡੀਆਂ ਸਭ ਤੋਂ ਵੱਧ ਬੱਸਾਂ ਉਹਨਾਂ ਨੇ ਸਾਡੀਆਂ ਅੰਦਰ ਦਿੱਤੀਆਂ, ਜਦ ਕਿ ਸਾਡੇ ਤੋਂ ਵੱਧ ਟੈਕਸਿਸ, ਮੈਨੂੰ ਨਾਮ ਲੈਣਾ ਤਾਂ ਨਹੀਂ ਚਾਹੀਦਾ, ਪਰ ਜਦੋਂ ਇਹੋ ਜਿਹਾ ਮਾਹੌਲ ਬਣ ਜੇ ਉਦੋਂ ਲਿਆ ਵੀ ਜਾਂਦਾ ਜੀ। ਸਾਡੇ ਰਿਸ਼ਤੇਦਾਰ ਵੀ ਹੈ ਗ੍ਰੀਨ ਰੋਡਵੇਜ਼ ਵਾਲੇ। ਉਦੋਂ ਬਾਅਦ ਸਾਡੇ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਆ ਸਰਦਾਰ ਅਵਤਾਰ ਸਿੰਘ ਜੀ ਹੈਨਰੀ ਸਾਹਿਬ, ਉਹਨਾਂ ਦੀ ਕਰਤਾਰ ਬੱਸ ਸਰਵਿਸ ਆ, ਉਹਨਾਂ ਦਾ ਬੇਟਾ ਵੀ MLA ਆ, ਅਤੇ ਗ੍ਰੀਨ ਰੋਡਵੇਜ਼ ਵਾਲੇ ਕਿੱਕੀ ਢਿੱਲੋਂ ਜੀ ਵੀ MLA।
ਅਰਾਊਂਡ 2 ਕਰੋੜ ਤੋਂ ਉੱਪਰ ਟੈਕਸ ਅੱਜ ਦੀ ਘੜੀ ਕਰਤਾਰ ਬੱਸ ਸਰਵਿਸ ਦਾ, ਜਲੰਧਰ ਤੋਂ ਉਹਨਾਂ ਦਾ ਟੁੱਟਿਆ ਹੋਇਆ। 1 ਕਰੋੜ ਤੋਂ ਉੱਪਰ ਟੈਕਸ ਗ੍ਰੀਨ ਰੋਡਵੇ ਦਾ ਟੁੱਟਿਆ ਹੋਇਆ। ਤੇ ਮੈਂ ਸਿਰਫ ਮੰਤਰੀ ਜੀ ਨੂੰ ਇੱਕੋ ਹੀ ਗੱਲ ਪੁੱਛੂੰਗਾ ਵੀ ਤੁਸੀਂ ਬੜੇ ਅੱਜ ਕੱਲ੍ਹ ਚਰਚਿਤ ਤੋਂ, ਅੱਜ ਕੱਲ੍ਹ ਫੇਸਬੁੱਕ 'ਤੇ ਹਰ ਜਗ੍ਹਾ 'ਤੇ ਤੁਸੀਂ ਲਾਈਵ ਹੋ ਜਾਂਦੇ ਹੋ, ਕੈਮਰੇ ਵਾਲਾ ਹਮੇਸ਼ਾ ਨਾਲ ਹੀ ਰੱਖਦੇ ਹੋ, ਤੁਹਾਡੇ ਉੱਠਦੇ ਬਹਿੰਦੇ ਖਾਂਦੇ ਸੌਂਦੇ ਹੋ, ਸਾਰਾ ਦਿਨ ਇਹੀ ਕੰਮ ਹੀ ਕਰਦਾ। ਅਤੇ ਮਾੜਾ ਜਿਹਾ ਇਸ ਕੈਮਰੇ ਦਾ ਮੂੰਹ ਉੱਧਰ ਨੂੰ ਵੀ ਘੁਮਾ ਲਓ ਵੀ ਉਹਨਾਂ ਦੀਆਂ ਕਿੰਨੀਆਂ ਬੱਸਾਂ ਅੰਦਰ ਦਿੱਤੀਆਂ। ਸਾਡੀਆਂ ਬੱਸਾਂ ਮੈਨੂੰ ਲੱਗਦਾ ਸ਼ਾਇਦ ਹੀ ਪੰਜਾਬ 'ਚ ਕੋਈ ਐਸਾ ਥਾਣਾ ਹੋਵੇ ਜਾਂ ਕੋਈ ਰੋਡਵੇ ਦਾ ਡਿਪੂ ਹੋਵੇ ਜਿੱਥੇ ਸਾਡੀ ਬੱਸ ਨਾ ਬੰਦ ਹੋਵੇ। 55-60 ਬੱਸਾਂ ਦੇ ਕਰੀਬ, ਕੱਲ੍ਹ ਤੱਕ 55 ਸੀ ਮੈਨੂੰ ਲੱਗਦਾ, ਜੇ ਅੱਜ ਨਾ ਦਿੱਤੀਆਂ ਹੋਈਆਂ ਤਾਂ 55 ਹੋਣਗੀਆਂ, ਨਹੀਂ 60 ਹੋ ਗਈਆਂ ਹੋਣੀਆਂ ਮੈਨੂੰ ਲੱਗਦਾ ਅੱਜ। ਮਤਲਬ ਕਿ ਬੱਸੇ ਸਾਡੀਆਂ 60 ਅੰਦਰ ਦੇਤੀਆਂ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਟੈਕਸ ਚੋਰੀ ਕੀਤਾ, ਇੱਕ ਲਾਲ ਪੈਸਾ ਸਾਬਤ ਕਰਦੇ ਨੇ ਇਹ ਵੀ ਅਸੀਂ ਟੈਕਸ ਚੋਰੀ ਕੀਤਾ, ਮੈਂ ਸਾਰੀਆਂ ਬੱਸਾਂ ਖੜੀਆਂ ਕਰ ਦੂੰਗਾ। ਇਹ ਤਾਂ ਇੱਕ ਬੱਸ ਅੰਦਰ ਦਿੰਦੇ ਆ ਨਾ ਟੈਕਸ ਚੋਰੀ 'ਚ, ਮੈਂ ਸਾਰੀਆਂ ਹੀ ਖੜੀਆਂ ਕਰ ਦੂੰਗਾ, ਕਦੇ ਜ਼ਿੰਦਗੀ 'ਚ ਚੋਰੀ ਕੀਤਾ ਹੋਵੇ। ਇਹ ਵੀ ਗੱਲ ਨਾਲ ਆ, ਟੈਕਸ ਚੋਰੀ ਕਰਨਾ ਸਾਡੀ ਫਿਤਰਤ ਹੀ ਨਹੀਂ। ਕਰਪਸ਼ਨ ਦੇ ਅਸੀਂ ਕਦੇ ਨੇੜੇ ਦੀ ਵੀ ਨਹੀਂ ਗਏ। ਜਿਹੜਾ ਟੈਕਸ ਚੋਰੀ ਕਰਨ ਦਾ ਐਲੀਗੇਸ਼ਨ ਲਾਉਣਾ ਤੇ ਟੈਕਸ ਡਿਫਾਲਟ ਹੋਣਾ, ਇਹਦੇ 'ਚ ਜ਼ਮੀਨ ਅਸਮਾਨ ਦਾ ਅੰਤਰ ਆ। ਸਾਡਾ ਟੈਕਸ 10 ਮਹੀਨਿਆਂ ਦਾ ਟੈਕਸ ਸਾਡਾ ਟੁੱਟਿਆ ਹੋਇਆ ਟੈਕਸ, ਅਸੀਂ ਟੈਕਸ ਡਿਫਾਲਟਰ ਹਾਂ, ਨਾ ਕਿ ਅਸੀਂ ਚੋਰੀ ਕੀਤਾ। ਅੱਜ ਵੀ ਮੈਂ ਮੰਨਦਾ ਵੀ ਹਾਂ ਜੀ ਅਸੀਂ ਟੈਕਸ ਦੇ ਹੀ ਡਿਫਾਲਟਰ ਹਾਂ, ਕਿਉਂਕਿ ਇਹਨਾਂ ਦੀ ਸਰਕਾਰ ਦੇ ਵਿੱਚ, ਇਹਨਾਂ ਦੀ ਗੌਰਮੈਂਟ ਦੇ ਫਾਈਨੈਂਸ ਮਿਨਿਸਟਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਫੋਰਚੂਨੇਟਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੰਤਰੀ ਦੀ ਹਾਜ਼ਰੀ 'ਚ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਤੁਹਾਨੂੰ ਟੈਕਸ ਭਰਨ ਦੀ ਲੋੜ ਨਹੀਂ। ਮੈਨੂੰ ਪਤਾ ਟਰਾਂਸਪੋਰਟ ਸੈਕਟਰ ਬੜੇ ਮਾੜੇ ਸਮੇਂ ਵਿੱਚ ਦੀ ਗੁਜ਼ਰ ਰਿਹਾ, ਕਿਉਂਕਿ ਸਕੂਲਸ ਕਾਲਜਸ ਸਾਰੇ ਬੰਦ ਆ, ਕੋਰਟਸ ਸਾਰੀਆਂ ਬੰਦ ਆ, ਡਿਊ ਟੂ ਕੋਵਿਡ ਆਈ ਮੀਨ ਟੂ ਸੇ। ਸਾਰਾ ਕੁਝ ਕਹਿੰਦੇ ਸਾਨੂੰ ਪਤਾ ਭਾਰ ਟਰਾਂਸਪੋਰਟ 'ਤੇ ਪੈ ਰਿਹਾ, 5 ਵਜੇ ਤੋਂ ਬਾਅਦ ਟਰਾਂਸਪੋਰਟ ਨਹੀਂ ਚੱਲਦੀ, ਸਰਵਿਸ 5 ਵਜੇ ਤੱਕ ਆ। ਮੈਨੂੰ ਕਹਿੰਦੇ ਸਾਰਾ ਪਤਾ, ਪਰ ਮੇਰੀ ਤੁਹਾਨੂੰ ਇਹ ਬੇਨਤੀ ਹੈ ਵੀ ਯਾਰ ਤੁਸੀਂ ਲੋਕਾਂ ਨੂੰ ਸਰਵਿਸ ਦਿਓ, ਲੋਕ ਖੱਜਲ ਖੁਆਰ ਨਾ ਹੋਣ। ਅਤੇ ਇਹ ਵੀ ਕਹਿੰਦੇ ਮੈਨੂੰ ਪਤਾ ਵੀ ਤੁਹਾਨੂੰ 50% ਪੈਸੰਜਰ ਸੀ ਅਲਾਓ ਕੀਤੇ ਹੋਏ ਆ ਬੱਸ ਦੇ ਵਿੱਚ, ਮਤਲਬ ਕਿ ਚੜ੍ਹਨੇ। ਅੱਜ ਵੀ 50% ਆ ਸਾਡੇ, ਅੱਜ ਵੀ 50% ਆ। ਪਰ ਇਸ ਕਰਕੇ ਤੁਸੀਂ ਸਰਵਿਸ ਦਿਓ, ਇਸ ਗੱਲ ਵੱਲ ਨਹੀਂ ਨਾ ਵੇਖੋ। ਮੇਰੀ ਡਿਊਟੀ ਹੈ, ਮੈਂ ਤੁਹਾਨੂੰ ਟੈਕਸ ਮਾਫ ਕਰਕੇ ਦੇਵਾਂਗਾ, ਤੁਸੀਂ ਟੈਕਸ ਨਾ ਭਰੋ। ਇਸ ਕਰਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਇਕੱਲਾ ਨਹੀਂ ਗਾ ਜਿਹਨੇ ਟੈਕਸ ਨਹੀਂ ਭਰਿਆ। ਪੰਜਾਬ ਦੀ ਕਿਸੇ ਟਰਾਂਸਪੋਰਟ ਨੇ ਵੀ ਨਹੀਂ ਭਰਿਆ। ABC, ਚਾਹੇ ਕੋਈ ਕਾਂਗਰਸ ਦਾ, ਚਾਹੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ, ਚਾਹੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਚਾਹੇ ਕੋਈ ਵੀ ABC। ਜਦੋਂ ਇੱਕ ਸਟੇਟ ਦਾ ਜ਼ਿੰਮੇਦਾਰ ਬੰਦਾ CM ਸਾਹਿਬ, ਇਹਦੇ ਉੱਤੇ ਕੋਈ ਬੰਦਾ ਨਹੀਂ ਹੁੰਦਾ ਸਟੇਟ ਦਾ, CM ਸਾਹਿਬ ਨੇ FM ਸਾਹਿਬ ਦੀ ਡਿਊਟੀ ਲਾਈ ਸੀ, FM ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ, ਅਤੇ ਫਿਰ ਇਹਦੇ 'ਚ ਚੋਰੀ ਵਾਲੀ ਗੱਲ ਤਾਂ ਕੋਈ ਰਹਿ ਨਹੀਂ ਗਈ ਜੀ। ਮੈਂ ਤਾਂ ਅੱਜ ਵੀ ਮੰਨਦਾ ਵੀ ਅਸੀਂ ਡਿਫਾਲਟ ਹਾਂ। ਜੇ ਸਰਕਾਰ ਸਾਨੂੰ ਮਾਫ ਕਰ ਦੂਗੀ ਵੈਲ ਐਂਡ ਗੁੱਡ। ਔਰ ਜਦੋਂ ਪਹਿਲਾਂ ਇਹਨਾਂ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਸਾਹਿਬ ਨੇ ਪਿਛਲੀ ਵਾਰੀ ਟੈਕਸ ਮਾਫ ਕੀਤਾ ਸੀ, ਕੈਪਟਨ ਸਾਹਿਬ ਦੀ ਰਹਿਨੁਮਾਈ ਹੇਠ ਅਸੀਂ ਬਕਾਇਦਾ ਤੌਰ 'ਤੇ ਸਾਰੇ ਓਪਰੇਟਰਸ ਨੇ ਇਕੱਠੇ ਹੋ ਕੇ ਉਹਨਾਂ ਦਾ ਧੰਨਵਾਦ ਕੀਤਾ ਸੀ। ਅਤੇ ਜੇ ਅੱਜ ਵੀ ਇਹ ਟੈਕਸ ਮਾਫ ਕਰਦੇ ਆ, ਅਸੀਂ ਐਡੇ ਆਸਾਨ ਫਰਾਮੋਸ਼ ਨਹੀਂ, ਅਸੀਂ ਅੱਜ ਵੀ ਧੰਨਵਾਦ ਕਰਾਂਗੇ ਵੀ ਅਸੀਂ ਇਹਨਾਂ ਦਾ ਧੰਨਵਾਦ ਨਹੀਂ ਕਰਦੇ, ਅੱਜ ਵੀ ਕਰਾਂਗੇ। ਹੁਣ ਇਹ MLA ਸਾਹਿਬ ਜਗ੍ਹਾ ਜਗ੍ਹਾ 'ਤੇ ਰੌਲਾ ਪਾਉਂਦੇ ਆ ਜੀ, ਸਾਡੇ ਵਜ਼ੀਰ ਸਾਹਿਬ, ਵੀ ਮੈਂ ਇਹਨਾਂ ਦਾ 200 ਕਰੋੜ ਮਾਫ ਕਰਤਾ, ਮੈਂ 300 ਕਰੋੜ ਮਾਫ ਕਰ। ਜਦੋਂ ਬੱਸਾਂ ਹੀ ਨਹੀਂ ਚੱਲੀਆਂ ਜੀ, ਜਿਹੜੀ ਚੀਜ਼ ਚੱਲੀ ਨਹੀਂ, ਅਸੀਂ ਲੋਕਾਂ ਤੋਂ ਕੋਈ ਪੈਸਾ ਹੀ ਨਹੀਂ ਲਿਆ, ਮਾਫ ਤੁਸੀਂ ਕਾਹਦਾ ਕਰਤਾ? ਕੋਈ ਐ ਤਾਂ ਹੈ ਨਹੀਂ ਵੀ ਅਸੀਂ ਕਮਾਈ ਕੀਤੀ ਆ ਅਤੇ ਉਹਦੇ 'ਚੋਂ ਤੁਸੀਂ ਮਾਫ ਕਰਤਾ, ਸਾਤੋਂ ਲਿਆ ਨਹੀਂ। ਜਿਹੜੀ ਚੀਜ਼ ਚੱਲੀ ਨਹੀਂ, ਸਾਰੀ ਦੁਨੀਆ ਨੂੰ ਪਤਾ ਜੀ। ਤੁਹਾਡੇ ਕੈਮਰੇ ਵੀ ਪੂਰੇ ਕੋਵਿਡ ਦੇ ਦੌਰਾਨ ਬੰਦ ਰਹੇ ਆ, ਆਪਾਂ ਸਾਰੇ ਘਰੋਂ ਘਰੀ ਆਪਾਂ ਰਹੇ ਹਾਂ, ਬਾਹਰ ਨਹੀਂ ਆਪਾਂ ਨਿਕਲੇ ਲੋਕਡਾਊਨ ਦੇ ਦੌਰਾਨ। ਉਸ ਦੌਰਾਨ ਦਾ ਟੈਕਸ ਕਹਿੰਦੇ ਜੀ ਅਸੀਂ ਮਾਫ ਕਰਤਾ। ਹੁਣ ਇਹ ਤੁਸੀਂ ਆਪ ਸਿਆਣੇ ਹੋ ਜੀ, ਵੀ ਉਹ ਤਾਂ ਜਦੋਂ ਗੱਡੀਆਂ ਹੀ ਨਹੀਂ ਚੱਲੀਆਂ ਤਾਂ ਮਾਫ ਆਟੋਮੈਟਿਕਲੀ ਹੋ ਹੀ ਜਾਣਾ ਸੀ। ਪਰ ਫਿਰ ਵੀ ਅਸੀਂ ਕੈਪਟਨ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹਾਂ, ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਕਰਦੇ ਹਾਂ, ਜਿਨ੍ਹਾਂ ਨੇ 31/12/2020 ਤੱਕ ਮਾਫ ਕੀਤਾ। ਉਸ ਤੋਂ ਅਗਲਾ ਇਹਨਾਂ ਨੇ ਪ੍ਰੋਮਿਸ ਕੀਤਾ, ਕਿਉਂਕਿ ਨਾਲ ਲੇਡੀਜ਼ ਫ੍ਰੀ ਕਰਤੀਆਂ ਸੀ, ਵੀ ਇਹ ਵੀ ਮੰਨ ਲਓ ਕਿ ਮਾਰ ਤੁਹਾਡੇ 'ਤੇ ਪੈ ਗਈ ਅਤੇ ਆਹ ਵੀ ਤੁਹਾਡੇ 'ਤੇ ਮਾਰ ਪਈ ਹੈ, ਅਤੇ ਮੈਂ ਜ਼ਿੰਮੇਦਾਰ ਹਾਂ, ਤੁਸੀਂ ਬੇਫਿਕਰ ਹੋ ਕੇ ਚਲਾਓ। ਹੁਣ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਵੀ ਆਪਦੇ ਹੱਥ ਖੜ੍ਹੇ ਕਰਕੇ ਕਹਿੰਦੇ ਯਾਰ ਮੈਂ ਕੀ ਕਰਾਂ। ਚੰਨੀ ਸਾਹਿਬ ਕਹਿੰਦੇ ਮੈਂ ਕੀ ਕਰਾਂ, ਉਹਨਾਂ ਨੂੰ ਵੀ ਟਰਾਂਸਪੋਰਟ ਵਫਤ ਮਿਲ ਲਿਆ। ਇਹਨਾਂ ਦਾ ਤਾਂ ਤੁਹਾਨੂੰ ਸੁਭਾਅ ਪਤਾ ਹੀ ਹੈ, ਜੇ ਮੈਂ ਕੁਛ ਬੋਲੂੰਗਾ ਤਾਂ ਫਿਰ ਇਹਨਾਂ ਨੇ ਕਹਿਣਾ ਵੀ ਖਣੀ ਹੈ ਤਾਂ ਬੋਲਦੇ ਆ, ਵੀ ਸਾਡੇ ਅਗੇਨਸਟ ਇਲੈਕਸ਼ਨ ਲੜਦੇ ਆ। ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਆ ਜੀ,
ਵੀ ਕਿਵੇਂ ਨਾ ਕਿਵੇਂ ਮੈਂ ਇਹਨਾਂ ਨੂੰ ਫਾਈਨੈਂਸ਼ੀਅਲੀ ਵੀਕ ਕਰਾਂ, ਮੈਂਟਲੀ ਟੌਰਚਰ ਕਰਾਂ, ਮੇਰੇ ਵਿਰੋਧ ਦੇ ਵਿੱਚ ਇਹਨਾਂ ਨੂੰ ਮੈਂ ਦਬਾ ਕੇ ਮੈਂ ਇਲੈਕਸ਼ਨ ਲੜਾਂ। ਜੇ ਕੋਈ ਮੇਰਾ ਇੱਥੇ ਕੋਈ ਭਰਾ ਮੇਰੀ ਹੈਲਪ ਕਰਦਾ, ਉਹਨਾਂ ਦੀਆਂ ਤਾਂ ਬੱਸਾਂ ਨਹੀਂ ਚੱਲਦੀਆਂ, ਉਹਨਾਂ 'ਤੇ ਕਿਸੇ 'ਤੇ ਪਰਚਾ ਦਰਜ ਕਰ ਦਿੰਦੇ ਆ, ਕਿਸੇ 'ਤੇ ਕਿਵੇਂ। ਜੇ ਕੋਈ ਮੇਰੇ ਨਾਲ ਰਲਣ ਦੀ ਗੱਲ ਕਰਦਾ, ਉਹਨੂੰ ਭਜਾ ਦਿੰਦੇ ਆ ਇਹਨਾਂ ਦੇ ਬੰਦੇ ਜਾ ਕੇ। ਸੋ ਮੈਂ ਤਾਂ ਆਪ ਹੀ ਹੱਥ ਬੰਨ੍ਹੀ ਜਾਂਦਾ ਸਾਰੀ ਮੇਰੇ ਹਲਕੇ ਦੇ ਲੋਕਾਂ ਨੂੰ ਵੀ ਭਰਾ ਜਿਨ੍ਹਾਂ ਨੇ ਤੁਸੀਂ ਰਲਣਾ, ਮੇਰੀ ਹੱਥ ਬੰਨ੍ਹ ਕੇ ਅਪੀਲ ਆ ਤੁਹਾਡੇ ਇਸ ਮਾਧਿਅਮ ਦੇ ਜ਼ਰੀਏ ਵੀ ਮਹੀਨਾ ਠਹਿਰ ਜੋ, ਕੋਡ ਲੱਗ ਲੈਣ ਦਿਓ, ਐਵੇਂ ਤੁਹਾਡੇ 'ਤੇ ਪਰਚੇ ਦਰਜ ਕਰਾਊਗਾ, ਫਿਰ ਰਲ ਰਹੇ ਹੋ। ਇਹਨਾਂ ਨੂੰ ਚਾਅ ਪੂਰਾ ਕਰ ਲੈਣ ਦਿਓ ਬੱਸਾਂ ਅੰਦਰ ਦੇਣ ਦਾ, ਕੋਈ ਗੱਲ ਨਹੀਂ। ਅੱਜ ਇਹਨਾਂ ਦਾ ਟਾਈਮ ਆ, ਕੱਲ੍ਹ ਨੂੰ ਸਾਡਾ ਆ ਜਾਊਗਾ। ਜਿਵੇਂ ਤੁਸੀਂ ਗੱਲ ਕਹੀ ਹੈ ਕਿ ਹਰਾਸ਼ ਕਰ ਰਿਹਾ ਮੈਂਟਲੀ ਤੌਰ ਤੇ, ਉਹ ਵੀ ਇਹ ਕਹਿ ਰਿਹਾ ਕਿ ਹੁਣ ਘਬਰਾਏ ਹੋਏ ਆ ਟਰਾਂਸਪੋਰਟ ਮਾਫੀਆ ਵਾਲੇ। ਕੀ ਹੁਣ ਤੁਸੀਂ ਘਬਰਾ ਗਏ ਹੋ ਰਾਜਾ ਵੜਿੰਗ ਤੋਂ? ਨਹੀਂ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਭਾਈ ਸਾਹਿਬ, ਇਹਦੇ 'ਚ ਮਾਫੀਆ ਵਾਰਡ ਕਿੱਥੋਂ ਆ ਗਿਆ? ਅਸੀਂ ਸਰਕਾਰ ਦੇ ਕਮਾਊ ਪੁੱਤਾਂ ਜੀ, 30 ਲੱਖ ਰੁਪਈਆ ਟੈਕਸ ਅਸੀਂ ਹਰ ਮਹੀਨੇ ਸਰਕਾਰ ਨੂੰ ਦਿੰਦੇ ਆ। ਕਮਾਊ ਪੁੱਤਾਂ ਅਸੀਂ ਸਰਕਾਰ ਦੇ। ਸਰਕਾਰ ਆਪਦੇ ਪੈਰ ਤੇ ਕੁਹਾੜਾ ਆਪ ਮਾਰ ਰਹੀ ਆ। ਹੁਣ ਅੱਜ ਸਾਡੀਆਂ 50-60 ਬੱਸਾਂ ਅੰਦਰ ਦੇ ਰੱਖੀਆਂ ਇਹਨਾਂ ਨੇ, ਤੇ ਟੈਕਸ ਤਾਂ ਫਿਰ ਹੁਣ ਅਸੀਂ ਕਿਉਂ ਭਰਾਂਗੇ ਟੈਕਸ? ਸਰਕਾਰ ਆਪਦੇ ਪੈਰ ਤੇ ਕੁਹਾੜਾ ਆਪ ਹੀ ਮਾਰ ਰਹੀ ਹੈ। ਫਿਰ ਅਸੀਂ ਇਹ ਵੀ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀ, ਸਾਰਿਆਂ ਨੇ ਮਤਲਬ ਇਕੱਠੇ ਹੋ ਕੇ, ਕੋਈ ਅਸੀਂ ਇਹਦੇ 'ਚ ਅਸੀਂ ਇਕੱਲੇ ਨਹੀਂ ਗਏ, ਸਾਰਿਆਂ ਨੇ ਰਿਕੁਐਸਟ ਕੀਤੀ ਸੀ ਵੀ ਚਲੋ ਠੀਕ ਆ ਜੀ, ਤੁਸੀਂ ਆਪਦੀ ਗੱਲ ਕਰਕੇ ਜਿਹੜੀ ਤੁਸੀਂ ਜ਼ੁਬਾਨ ਕੀਤੀ ਸੀ, ਤੁਹਾਡੀ ਕਾਂਗਰਸ ਦੀ ਜਮਾਤ ਦੀ ਇਹ ਇੱਕ ਤਰ੍ਹਾਂ ਦੀ ਫਿਤਰਤ ਮੈਂ ਤਾਂ ਸਮਝੂੰਗਾ ਵੀ ਪਹਿਲਾਂ ਜ਼ਬਾਨ ਕਰ ਲਓ, ਬਾਅਦ 'ਚ ਮੁੱਕਰ ਜਾਓ। ਤੁਸੀਂ ਚਲੋ ਬੇਹੇ ਪਾਣੀ 'ਚ ਬਹਿ ਗਏ, ਮੁੱਕਰ ਗਏ, ਕੋਈ ਦਿੱਕਤ ਨਹੀਂ, ਟੈਕਸ ਅਸੀਂ ਭਰਾਂਗੇ। ਸਾਤੋਂ 50% ਟੈਕਸ ਲੈ ਲਓ, ਕਿਉਂਕਿ ਪੈਸੇਂਜਰ ਸਾਨੂੰ 50% ਅਲਾਊਡ ਆ, ਉਹ ਵੀ ਨਹੀਂ ਕਹਿੰਦੇ ਲੈਣਾ, ਅਸੀਂ ਤਾਂ ਸਾਰਾ ਲਵਾਂਗੇ। ਅਸੀਂ ਕਿਹਾ ਚਲੋ ਸਾਰਾ ਲੈ ਲਓ ਯਾਰ, ਗੱਲ ਮੁੱਕਦੀ ਹੈ, ਸਾਰਾ ਵੀ ਦੇ ਦਿੰਦੇ ਆ। ਇੰਸਟਾਲਮੈਂਟਸ ਬਣਾ ਦਿਓ 4 ਜਿਹੜੀਆਂ ਇੰਸਟਾਲਮੈਂਟਸ, ਹਾਲਾਂਕਿ ਇਹਨਾਂ ਕੋਲੇ ਲਾਅ ਦੇ ਵਿੱਚ ਆ, ਕਾਨੂੰਨ 'ਚ ਆ, RTA ਸਾਹਿਬ 4 ਇੰਸਟਾਲਮੈਂਟਸ ਬਣਾ ਸਕਦੇ ਆ। ਕਹਿੰਦੇ ਠੀਕ ਆ ਜੀ, ਤੁਸੀਂ ਟੈਕਸ ਭਰ ਦਿਓ 4 ਇੰਸਟਾਲਮੈਂਟਸ, ਅਸੀਂ ਤੁਹਾਡੀਆਂ ਬੱਸਾਂ ਰਿਲੀਜ਼ ਕਰ ਦਾਂਗੇ। ਟੈਕਸ ਭਰਾ ਲਿਆ, ਪਹਿਲੀ ਕਿਸ਼ਤ ਭਰਾ ਲਈ, ਫਿਰ ਮੁੱਕਰ ਗਏ, ਕਹਿੰਦੇ ਨਹੀਂ ਜੀ, ਹੁਣ ਕਹਿੰਦੇ ਅੱਧਾ ਭਰੋ। ਮਤਲਬ ਕਿ ਗੱਲ ਤੇ ਪ੍ਰੋਮਿਸ ਕਰਕੇ ਹਰ ਗੱਲ ਤੇ ਫਿਰ ਮੁੱਕਰ ਜਾਣਾ, ਆ ਕਰਾ ਲਓ। ਫਿਰ ਇਹਨਾਂ ਦਾ ਮਕਸਦ ਸਿਰਫ ਇਹ ਹੈ ਵੀ ਮੈਂ ਫਾਈਨੈਂਸ਼ੀਅਲੀ ਇਹਨਾਂ ਨੂੰ ਡਾਊਨ ਕਰਦਾ, ਤਾਂ ਕਿ ਕੱਲ੍ਹ ਨੂੰ ਮੇਰੇ ਸਾਹਮਣੇ ਇਲੈਕਸ਼ਨ ਨਾ ਲੜ ਸਕਣ। ਤੇ ਮੈਂ ਇਹਨੂੰ ਮੇਰੇ ਛੋਟੇ ਭਰਾ ਨੂੰ ਬੇਨਤੀ ਕਰਦਾ ਵੀ ਐਂ ਕਿਸੇ ਦੇ ਮਾਰਨ ਨਾਲ ਨਹੀਂ ਕੋਈ ਬੰਦਾ ਮਰਦਾ ਹੁੰਦਾ। ਔਰੰਗਜ਼ੇਬ ਦਾ ਰਾਜ ਸਭ ਤੋਂ ਵੱਡਾ ਰਾਜ ਰਿਹਾ, ਮੈਂ ਕਹੂੰਗਾ ਸਾਰੇ ਹਿੰਦੁਸਤਾਨ 'ਚ, ਤੇ ਉਹਨੇ ਵੀ ਕੋਈ ਜ਼ੁਲਮਾਂ ਦੀ ਕਸਰ ਨਹੀਂ ਛੱਡੀ ਸੀ ਕਰਨ ਵਾਲੀ। ਤੇ ਅਖੀਰ ਦੇ ਵਿੱਚ ਗੁਰੂ ਸਾਹਿਬ ਦੇ ਇੱਕ ਜ਼ਫਰਨਾਮੇ ਨਾਲ ਹੀ ਡਿੱਗ ਪਿਆ ਸੀ, ਵਿਦਆਊਟ ਲੜਾਈ, ਇਕੱਲਾ ਜ਼ਫਰਨਾਮਾ ਪੜ੍ਹ ਕੇ ਡਿੱਗ ਪਿਆ ਸੀ। ਸੋ ਇਸ ਕਰਕੇ ਇੰਨਾ ਹੰਕਾਰ ਜਿਹੜਾ ਤੁਸੀਂ ਕਰਦੇ ਹੋ ਨਾ, ਇਹ ਬੜਾ ਵਧੀਆ ਨਹੀਂ ਹੁੰਦਾ। ਇਹਨੂੰ ਇਸ ਹੰਕਾਰ ਨੂੰ ਦੇਣੀਆਂ ਪੈਂਦੀਆਂ। ਅੱਜ ਤੁਸੀਂ ਕਰ ਰਹੇ ਹੋ, ਪਰ ਇਹਦਾ ਇੱਕ ਤਰ੍ਹਾਂ ਦਾ ਨੈਗੇਟਿਵ ਰਿਜ਼ਲਟ ਵੀ ਵੇਖ ਲਿਓ ਵੀ ਕਿੱਥੇ ਤੱਕ ਜਾਊਗਾ। ਕਿਹਦੇ ਨਾਲ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਦੀਆਂ ਦੁਸ਼ਮਣੀਆਂ ਵਿੱਢ ਲਈਆਂ ਸਾਰੇ ਪੰਜਾਬ ਦੇ ਓਪਰੇਟਰਸ ਨਾਲ, ਕਿਸੇ ਦੀ ਗੱਲ ਨਹੀਂ ਸੁਣਦੇ। ਮੈਂ ਕਹਿਣਾ ਤੁਸੀਂ ਮੇਰੀਆਂ ਨਾ ਛੱਡੋ, ਤੁਹਾਡਾ ਮੇਨ ਤਾਂ ਮੇਰੇ ਨਾਲ ਆ, ਮੇਰੀਆਂ ਨਾ ਛੱਡੋ, ਸੁਖਬੀਰ ਜੀ ਦੀਆਂ ਵੀ ਨਾ ਛੱਡੋ, ਬਾਕੀ ਪੰਜਾਬ ਦੀਆਂ ਛੱਡ ਦੇ ਭਰਾ। ਮੈਂ ਤਾਂ ਹੱਥ ਬੰਨ੍ਹਦਾ, ਮੈਂ ਇੱਥੋਂ ਟੈਕਸ ਭਰਾ ਲਾ, ਮੈਂ ਸਾਰਾ ਭਰ ਦਿੰਦਾ, ਬਾਕੀਆਂ ਨੂੰ ਕਿਉਂ ਮਾਰਿਆ ਮੇਰੇ ਨਾਲ? ਉਹ ਇਹ ਗੱਲ ਕਹਿੰਦੇ ਆ ਨਾ, ਉਹ ਕਹਿੰਦੇ ਵੀ ਬਾਦਲਾਂ ਦੇ ਰਾਜ 'ਚ ਉਹਨਾਂ ਦੇ ਚਹੇਤਿਆਂ ਨੇ ਬੱਸਾਂ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਸਭ ਸਰਕਾਰੀ ਰੂਟਾਂ ਦੇ ਇੱਕ ਬੱਸ ਦੇ ਮਗਰ 2-2 ਲਾਤੀਆਂ, ਤਾਂ ਕਿ ਕੋਈ ਬੱਸ ਜਿਹੜੀ ਹੈ ਰੋਡਵੇਜ਼ 'ਚ ਚੜ੍ਹੇ ਹੀ ਨਾ। ਤੇ ਮੇਰਾ ਹੁਣ ਜਦੋਂ ਆਇਆ ਤਾਂ ਮੈਂ 1 ਕਰੋੜ ਰੁਪਈਆ ਨਫਾ ਦੇ ਵਿੱਚ ਕਰਤਾ। ਤੇ ਇਹਨਾਂ ਦੇ ਰਾਜ ਦੇ ਵਿੱਚ ਲਗਾਤਾਰ ਬੱਸਾਂ ਵਧਣ ਦਾ, ਢਿੱਲੋਂ ਸਾਹਿਬ, ਇਹ ਵੀ ਤਾਂ ਇੱਕ ਕਾਰਨ ਆ ਨਾ ਕਿ ਕਿਵੇਂ ਇਹ ਕਿਹੜਾ ਜਾਦੂ ਸੀ ਵੀ ਉਹਨਾਂ ਦੇ ਰਾਜ 'ਚ ਲਗਾਤਾਰ ਹੀ ਬੱਸਾਂ ਵਧੇ ਗਈਆਂ ਤੁਹਾਡੀਆਂ? ਹੁਣ ਰਾਜ ਇਹਨਾਂ ਦਾ ਨਾ ਜੀ, ਇਹਨਾਂ ਦਾ ਰਾਜ ਆ, ਇਹ ਚੈਕਿੰਗ ਕਰਦਾ, ਰੋਜ਼ ਚੈਕਿੰਗ 'ਤੇ ਜਾਂਦਾ, ਆਪ ਕਰਦਾ ਸਾਰਾ ਕੁਛ, ਫੇਰ ਹੀ ਵਧਿਆ ਨਾ, ਘਰੇ ਬੈਠੇ ਦਾ ਤਾਂ ਨਹੀਂ ਵਧਿਆ। ਅਸੀਂ ਸਰਦਾਰ ਜੀ ਰਾਤਾਂ ਬਾਹਰ ਝਾਕਦੇ ਹਾਂ, ਤੁਰੇ ਫਿਰਦੇ ਹਾਂ, ਆਪਦੀਆਂ ਬੱਸਸ ਦੀ ਕੇਅਰ ਕਰਦੇ ਹਾਂ, ਦਿਨ ਰਾਤ ਉਹਨਾਂ ਦੀ ਪੂਜਾ ਕਰਦੇ ਹਾਂ, ਜਾਣੇ ਆਉਣੇ ਆ, ਫਿਰ ਇਹ ਬੱਸਾਂ ਸਾਡੀਆਂ ਕਾਮਯਾਬ ਹੋਈਆਂ। ਮੈਨੂੰ ਇੱਕ ਦੱਸ ਦੇ ਆਪਣਾ ਇਹ ਵਜ਼ੀਰ ਸਾਹਿਬ, ਕਿਹੜਾ ਸਰਕਾਰੀ ਅਦਾਰਾ ਜਿਹੜਾ ਅੱਜ ਤੱਕ ਕਾਮਯਾਬ ਹੋਇਆ? ਇੱਕ ਗਿਣਾ ਦੇ ਮੈਨੂੰ, ਇੱਕ ਗਿਣਾ ਦਿਓ। ਸਾਰੇ ਫੇਲ ਆ। ਇਸੇ ਕਰਕੇ ਹੀ ਅੱਜ ਸੈਂਟਰ ਗਵਰਨਮੈਂਟ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਰਹੀ ਹੈ।
ਇਸੇ ਕਰਕੇ ਕਰ ਰਹੀ ਹੈ ਨਾ, ਕਿਉਂਕਿ ਇਹਨਾਂ ਦੀ ਕੋਈ ਕੇਅਰ ਨਹੀਂ ਕਰਦਾ, ਕੋਈ ਗਰਜ ਨਹੀਂ ਕਰਦਾ ਆਪਣੇ। ਇੱਕ ਟ੍ਰੈਂਡ ਜਿਹਾ ਹੀ ਬਣ ਗਿਆ ਵੀ ਯਾਰ ਚਲੋ ਹੈ ਤਾਂ ਸਰਕਾਰੀ ਹੈ ਤਾਂ ਫਿਰ ਸਰਕਾਰਾਂ ਦੀ ਨਲਾਇਕੀ, ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਕਾਂਗਰਸ ਹੋਵੇ, ਹੈ ਤਾਂ ਨਲਾਇਕੀ ਮੰਨਦੇ ਹੋ ਨਾ ਤੁਸੀਂ ਵੀ ਸਰਕਾਰੀ ਚੀਜ਼ਾਂ ਦੀ ਕੇਅਰ ਨਾ ਕਰਨੀ। ਇਹ ਸਰਕਾਰਾਂ ਦੀ ਨਹੀਂ ਨਲਾਇਕੀ, ਸਰਕਾਰਾਂ ਦੀ ਡਿਊਟੀ ਹੁੰਦੀ ਆ ਕੰਮ ਕਰਕੇ ਦੇਣ ਦੀ। ਇਹ ਆਪਣੀ ਪਬਲਿਕ ਦੀ ਜ਼ਿੰਮੇਵਾਰੀ ਬਣਦੀ ਹੈ ਸਰਦਾਰ ਜੀ, ਇਹ ਆਪਣੀ ਜ਼ਿੰਮੇਵਾਰੀ ਹੈ ਸਿੱਧੂ ਸਾਹਿਬ ਕਿ ਆਪਾਂ ਕੋਈ ਵੀ ਸਰਕਾਰੀ ਚੀਜ਼ ਆ ਉਹਦਾ ਖਿਆਲ ਰੱਖੀਏ, ਉਹਦੀ ਟੇਕ ਕੇਅਰ ਕਰੀਏ, ਉਹਨੂੰ ਆਪਾਂ ਮਿਸਯੂਜ਼ ਨਾ ਕਰੀਏ। ਲੇਕਿਨ ਕੋਈ ਇਸ ਗੱਲ ਨੂੰ ਆਪਦੀ ਜ਼ਿੰਮੇਵਾਰੀ ਹੁਣ ਸਮਝਦਾ ਹੀ ਨਹੀਂ। ਹਰ ਬੰਦਾ ਹੀ ਐਂ ਸਮਝਦਾ ਵੀ ਮੇਰੇ ਹੱਥ ਲੱਗ ਗਿਆ ਤੇ ਇਹ ਆਪਣਾ ਫੱਟੇ ਚੱਕ ਦਿਓ। ਜਿਹੜੀ ਇਹ ਕਹਿ ਰਿਹਾ ਵੀ ਇੱਕ ਆਪਣਾ ਬੱਸ ਮਗਰ 2-2 ਬੱਸਾਂ ਲਾ ਦਿੰਦੇ ਆ, 4-4 ਸਾਡੇ ਮਗਰ ਵੀ ਬੱਸਾਂ 4-4 ਜਾਂਦੀਆਂ, ਰੋਡਵੇਜ਼ ਦੀਆਂ ਵੀ ਜਾਂਦੀਆਂ, ਪ੍ਰਾਈਵੇਟ ਵੀ ਜਾਂਦੀਆਂ, ਸਾਰੀਆਂ ਜਾਂਦੀਆਂ, ਫਿਰ ਵੀ ਅਸੀਂ ਕਾਮਯਾਬ ਹਾਂ। ਇਹ ਤਾਂ ਪੰਸਾਰੀਆਂ ਦੀ ਹੱਟੀ ਵਾਂਗੂ ਨਾ ਜੀ, ਇੱਕ ਚੀਜ਼ 'ਚੋਂ ਪੈਸਾ ਕੱਢਣਾ ਪੈਂਦਾ, ਫਿਰ ਜਾ ਕੇ ਅੱਜ ਕੱਲ੍ਹ ਸਿਸਟਮ ਚੱਲ ਰਿਹਾ। ਜਿਹੜੇ ਹਿਸਾਬ ਨਾਲ ਡੀਜ਼ਲ ਵਧਿਆ ਹੋਇਆ, ਜਿਹੜੇ ਹਿਸਾਬ ਨਾਲ ਇਹਨਾਂ ਨੇ ਟੈਕਸਿਸ ਵਧਾਏ ਹੋਏ ਆ, ਜਿਹੜੇ ਹਿਸਾਬ ਨਾਲ ਹਰ ਚੀਜ਼ ਦੇ ਰੇਟ ਵਧੇ ਹੋਏ ਆ, ਉਸ ਹਿਸਾਬ ਨਾਲ ਅੱਜ ਐਟ ਪਾਰ ਬੱਸ ਸਰਵਿਸ ਹੈ ਨਹੀਂ। ਅੱਜ ਦੀ ਘੜੀ ਜੇ ਵੇਖੀਏ ਤਾਂ ਐਟ ਪਾਰ ਬੱਸ ਸਰਵਿਸ ਹੈ ਨਹੀਂ। ਉਹ ਜਿਵੇਂ ਹੁੰਦਾ ਨਾ ਉੱਠਦੇ ਬੁੱਲ੍ਹ ਵਾਲੀ ਗੱਲ, ਵੀ ਅਸੀਂ ਤਾਂ ਗਾਂਹ ਵੇਖੀ ਨੇ ਵੀ ਹੁਣ ਕਾਮਯਾਬ ਹੋਈ, ਹੁਣ ਬਿਜ਼ਨਸ ਚੱਲਿਆ, ਹੁਣ ਬਿਜ਼ਨਸ ਚੱਲਿਆ। ਅਕਾਲੀ ਦਲ ਦੇ ਰਾਜ ਦੀ ਡੀਕ ਕਰਦੇ ਆ ਉਦੋਂ ਕਾਮਯਾਬ ਹੋਣ ਦੀ ਕਿ ਹੋਰ? ਨਹੀਂ, ਫੇਲ ਤਾਂ ਅਸੀਂ ਅੱਜ ਵੀ ਹੈ ਨਹੀਂ ਸੀ। ਠੀਕ ਹੈ। ਸਰਕਾਰ ਦਾ 3 ਸਾਲ ਦੇ ਵਿੱਚ ਜਿੰਨਾ ਸਾਡਾ ਟੈਕਸ ਬਣਦਾ ਸੀ ਬਿਫੋਰ ਕੋਵਿਡ, ਸਾਰਾ ਪੇਡ ਆ ਸਾਡਾ ਜੀ। 31/12/2020 ਤੱਕ ਅਸੀਂ, ਸਾਡੇ ਕੋਲੇ ਕਲੀਅਰੈਂਸ ਸਰਟੀਫਿਕੇਟ ਆ DTO ਸਾਹਿਬ ਦੀ, ਬਿਲਕੁਲ ਅਪ ਟੂ ਡੇਟ ਆ। ਹੁਣ ਜੇ ਰੱਬੀ ਮਾਰ ਪੈ ਗਈ ਜੀ ਸਾਰਿਆਂ ਤੇ, ਹੁਣ ਰੋਡਵੇਜ PRTC ਨੂੰ ਕਹੀ ਜਾਂਦਾ ਮੈਂ ਕਾਮਯਾਬ ਕਰਤਾ, 400 ਕਰੋੜ ਰੁਪਈਆ ਟੈਕਸ ਇਹਨਾਂ ਦਾ ਟੁੱਟਿਆ ਪਿਆ, 400 ਕਰੋੜ ਰੁਪਈਆ PRTC ਦਾ ਡਿਊ ਆ ਅੱਜ। ਇਹਨਾਂ ਨੂੰ ਕਹੋ ਜੀ ਤੁਸੀਂ ਬਹੁਤ ਕਾਮਯਾਬ ਹੋ ਨਾ, ਆਪਦਾ ਟੈਕਸ ਭਰ ਦਿਓ। ਕਿਉਂ ਨਹੀਂ ਭਰਦੇ? ਆਪਣਾ PRTC ਦਾ ਟੈਕਸ ਭਰਨ, SRT ਰੋਡਵੇਜ਼ ਦਾ ਭਰਨ, ਕਿਉਂਕਿ ਉਹ ਇੱਕ ਸਰਕਾਰੀ ਅਦਾਰੇ, ਉਹਨਾਂ ਨੂੰ ਕੋਈ ਹੈ ਨਹੀਂ ਪੁੱਛਣ ਵਾਲਾ। ਫਿਰ ਤੁਹਾਨੂੰ ਹੋਰ ਇਹਨਾਂ ਦੀ ਇੱਕ ਚਾਲ ਦੱਸਦੇ ਆ, ਜਿਹੜੇ ਕਹਿੰਦੇ ਆ ਨਾ ਜੀ ਇਹ ਵੀ ਸਾਡਾ ਆਪਣਾ ਇਹ ਰੋਡਵੇਜ਼ ਕਾਮਯਾਬ ਹੋ ਗਈ। 500 ਬੱਸ ਅੱਜ ਅੰਦਰ ਆ ਪ੍ਰਾਈਵੇਟ ਦੀ। ਠੀਕ ਹੈ। ਇੱਕ ਬੱਸ ਅਗਰ 10,000 ਰੁਪਈਆ ਵੀ ਸਾਡੀ ਕਮਾਉਂਦੀ ਸੀ, ਸਪੋਜ਼ ਕਰ ਲਓ 10,000 ਰੁਪਈਆ ਇੱਕ ਬੱਸ ਸਾਡੀ ਕਮਾਉਂਦੀ ਸੀ, ਉਹ 10,000 ਰੁਪਈਆ ਕਿੱਧਰ ਸ਼ਿਫਟ ਹੋ ਗਿਆ ਜੀ? PRTC ਜਾਂ ਰੋਡਵੇਜ਼ ਵੱਲ ਹੋ ਗਿਆ। ਤੇ ਓਬਵੀਅਸਲੀ ਜੇ 500 ਬੱਸ ਨੂੰ 10,000 ਮਗਰ ਲਾਈਏ ਤਾਂ ਕਿੰਨਾ ਆਮਦਨ 'ਚ ਵਾਧਾ ਹੋ ਗਿਆ? 50 ਲੱਖ ਰੁਪਈਆ ਹੋ ਗਿਆ। ਤੇ ਫਿਰ ਇਹਨਾਂ ਨੇ ਕੀ ਇਹੋ ਜਿਹਾ ਵਧਾਤਾ ਜੀ? ਦੂਜੀ ਗੱਲ, ਇੱਕ ਜਿਹੜਾ ਇਹਨਾਂ ਨੇ ਨਵੀਂ ਖੇਡ ਖੇਡੀ ਵੀ ਆ, ਪੰਜਾਬ ਸਰਕਾਰ ਤੇ ਹੋਰ ਬੋਝ ਪਾਉਣ ਲੱਗ ਪਏ। ਇਹ ਕੀ ਕਰਦੇ ਆ, ਜਿਵੇਂ 4 ਸਵਾਰੀਆਂ ਸਪੋਜ਼ ਕਰੋ ਇੱਥੋਂ ਆਪਣੀਆਂ ਗਿੱਦੜਵੇ ਤੋਂ ਲੇਡੀਜ਼ ਬੈਠੀਆਂ ਸਪੋਜ਼ ਕਰੋ, ਉਹਨਾਂ ਨੇ ਜਾਣਾ ਜੀ ਬਠਿੰਡੇ, ਬੱਸ ਨੇ ਜਾਣਾ ਚੰਡੀਗੜ੍ਹ, ਉਸੇ ਬੱਸ ਨੇ ਅੱਗੇ ਜਾਣਾ ਚੰਡੀਗੜ੍ਹ। ਉਹ ਲੇਡੀਜ਼ ਨੇ ਆਪਦੇ ਆਧਾਰ ਕਾਰਡ ਦਿੱਤਾ, ਕੰਡਕਟਰ ਨੇ ਨੋਟ ਕੀਤਾ, ਠੀਕ ਹੈ, ਆਧਾਰ ਕਾਰਡ, ਟਿਕਟਾਂ ਉਹਨੂੰ ਚੰਡੀਗੜ੍ਹ ਦੀਆਂ ਕੱਟ ਕੇ ਦੇਤੀਆਂ। ਠੀਕ ਹੈ। ਜਿਹੜਾ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਇਹਨਾਂ ਦਾ ਵੀ ਕਿਵੇਂ ਨਾ ਕਿਵੇਂ ਬੁਕਿੰਗ ਵਧਾਓ। ਠੀਕ ਹੈ। ਟਿਕਟਾਂ ਚੰਡੀਗੜ੍ਹ ਦੀਆਂ ਕੱਟਤੀਆਂ, ਲੇਡੀਜ਼ ਜਾ ਕੇ ਬਠਿੰਡੇ ਉਤਰ ਗਈਆਂ, ਕਹਾਣੀ ਖਤਮ ਹੋ ਗਈ। ਹੁਣ ਕਾਗਜ਼ਾਂ ਦੇ ਵਿੱਚ ਉਹ ਲੇਡੀਜ਼ ਗਈਆਂ ਚੰਡੀਗੜ੍ਹ, ਚੰਡੀਗੜ੍ਹ ਦਾ ਕਿਰਾਇਆ ਹੈਗਾ ਇੱਥੋਂ 300 ਰੁਪਇਆ, 1200 ਰੁਪਏ ਦਾ ਸਿੱਧਾ ਪੰਜਾਬ ਸਰਕਾਰ ਨੂੰ PRTC ਨੇ ਚੂਨਾ ਟੋਕਤਾ। ਲੇਡੀਜ਼ ਤਾਂ ਬਠਿੰਡੇ ਉਤਰ ਗਈਆਂ, ਕਿਉਂਕਿ ਉੱਥੇ ਤਾਂ ਇਕੱਲਾ ਆਧਾਰ ਕਾਰਡ ਆ। ਰੋਡਵੇ ਦੇ ਕਨੈਕਟਰਾਂ ਨੇ ਕਿਹੜਾ ਕੈਸ਼ ਜਮ੍ਹਾਂ ਕਰਾਉਣਾ ਜੀ? ਉਹਨਾਂ ਨੇ ਤਾਂ ਲਿਖ ਕੇ ਦੇਣਾ ਨਾ ਵੀ ਆਹ ਲਓ ਜੀ ਸਾਡੀ ਇੰਨੀ ਬੁਕਿੰਗ ਹੋ ਗਈ। ਜੇ ਹੁਣ ਉਹ 1200 ਦੀਆਂ ਇਹਨਾਂ ਨੇ 10 ਕਰਤੀਆਂ ਤਾਂ 12,000 ਬੁਕਿੰਗ ਵੱਧ ਗਈ ਗੱਡੀ ਦੀ। ਜੇ 12,000 ਆਪਣਾ ਬੁਕਿੰਗ ਵੱਧ ਗਈ, ਸਰਕਾਰ ਤੋਂ ਪੈਸੇ ਲੈਂਦੇ ਹੋਗੇ, ਤੇ ਗੱਡੀਆਂ ਇਹਨਾਂ ਦੀਆਂ ਡੀਜ਼ਲ ਬੰਨੀਓ ਖੜੀਆਂ ਹਰ ਥਾਂ ਤੇ, ਕਿਉਂਕਿ ਕੈਸ਼ ਇਹਨਾਂ ਨੇ ਹੈ ਨਹੀਂ। ਐਕਚੁਅਲ ਬੁਕਿੰਗ ਤਾਂ ਵਧੀ ਨਹੀਂ, ਇਕੱਲੀ ਕਾਗਜ਼ਾਂ 'ਚ ਵਧਾਈ ਆ। ਇਹ ਹਿਸਾਬ ਨਾਲ ਇਹ ਆਪਣਾ ਮੈਨੇਜਮੈਂਟ ਕਰਕੇ ਗੱਡੀ ਚਲਾ ਰਹੇ ਆ। ਇੱਕ ਗੱਲ ਢਿੱਲੋਂ ਸਾਹਿਬ, ਇਹਨੂੰ ਕਿਵੇਂ ਦੇਖਦੇ ਹੋ? ਐਕਟਿਵ ਬਹੁਤ ਹੈ ਮੰਤਰੀ, ਤੜਕੇ 7 ਵਜੇ ਨੂੰ ਹੁੰਦੇ ਆ, ਰਾਤ ਨੂੰ 10 ਵਜੇ ਵੀ ਬੱਸਾਂ 'ਚ ਹੁੰਦੇ ਆ, ਕਦੇ ਬੱਸ ਸਟੈਂਡ ਦੀਆਂ ਸਫਾਈ ਕਰਨ ਤੁਰ ਜਾਂਦੇ ਆ। ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਦੇਖਦੇ ਹੋ ਨਾ ਤੁਸੀਂ? ਬਿਲਕੁਲ ਪੋਜ਼ਿਟਿਵ ਪੁਆਇੰਟ ਆ, ਸਾਰਾ ਕੁਝ ਠੀਕ ਆ। ਅਸੀਂ ਵੀ ਭਾਈ ਸਾਹਿਬ ਕੰਮ ਓਨਾ ਹੀ ਕਰਦੇ ਆ ਜਿੰਨਾ ਉਹ ਕਰਦਾ ਨਾ, ਪਰ ਅਸੀਂ ਲੋਕਾਂ 'ਚ ਵਿਖਾਵਾ ਨਹੀਂ ਕਰਦੇ। 24 ਘੰਟੇ ਕੈਮਰਾ, ਜੇ ਮੰਤਰੀ ਜੀ ਬੱਸ ਚੜ੍ਹ ਗਏ ਤਾਂ ਮਗਰ ਕੈਮਰਾ, ਜੇ ਮੰਤਰੀ ਜੀ ਸਾਫ਼ ਕਰ ਰਿਹਾ ਤਾਂ ਉੱਥੇ ਕੈਮਰਾ, ਜੇ ਮੰਤਰੀ ਜੀ ਕਿਸੇ ਹਾਈ ਕੋਰਟ 'ਚ ਜਾ ਵੜੇ ਤਾਂ ਉੱਥੇ ਕੈਮਰਾ। ਸਾਨੂੰ ਇਹ ਲੋਕ ਵਿਖਾਵਾ ਨਹੀਂ ਕਰਨਾ ਹੁੰਦਾ, ਅਸੀਂ ਇਕੱਲਾ ਰਿਜ਼ਲਟ ਦਿੰਦੇ ਆ ਵੀ ਆਹ ਦੇਖੋ ਜੀ ਸਾਡਾ ਰਿਜ਼ਲਟ ਮਹੀਨੇ ਮਗਰੋਂ ਆ ਪਿਆ, ਉਹੀ ਬਹੁਤ ਹੁੰਦਾ। ਆ ਰੋਜ਼ ਬੱਸਾਂ 'ਚ ਚੜ੍ਹਨ ਦਾ, ਆਹ ਕੰਮ ਕਰਨ ਦਾ, ਸਾਫ਼ ਸਫਾਈ ਕਰਨ ਦਾ, 4 ਵਜੇ ਉੱਠ ਕੇ ਭੱਜੇ ਫਿਰਨਾ, ਰਾਤ ਨੂੰ 12 ਵਜੇ ਜਾ ਕੇ ਚੈਕਿੰਗ ਕਰਨ ਲੱਗ ਪੈਣੀਆਂ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਜਿਹੜੀਆਂ ਗੱਡੀਆਂ ਦਿੱਲੀ ਤੋਂ ਚੱਲ ਕੇ ਆਉਂਦੀਆਂ, ਜਿਹੜੀਆਂ ਇਹਨਾਂ ਨੇ ਇਹ ਪਿੱਛੇ ਜੇ ਵਾਇਰਲ ਹੋਏ ਸੀ ਔਰ ਉਹ ਬੱਸਾਂ ਵੀ ਅੰਦਰ ਦਿੱਤੀਆਂ,
ਉਹ ਗੱਡੀਆਂ ਦਿੱਲੀ ਤੋਂ ਚੱਲ ਕੇ ਹਰਿਆਣੇ ਨੰਬਰ ਦੀਆਂ ਤੇ ਦਿੱਲੀ ਨੰਬਰ ਦੀਆਂ ਗੱਡੀਆਂ, ਬਿਲਕੁਲ ਨੈਸ਼ਨਲ ਉਹਨਾਂ ਕੋਲੇ ਪਰਮਿਟ ਆ। ਦਿੱਲੀੋਂ ਚੱਲ ਕੇ ਉਹਨਾਂ ਨੇ ਕਿਸੇ ਨੇ ਮਨਾਲੀ ਜਾਣਾ, ਕਿਸੇ ਨੇ ਜੰਮੂ ਜਾਣਾ, ਕਿਸੇ ਨੇ ਕਟੜੇ ਜਾਣਾ, ਆਪਣਾ ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਪੰਜਾਬ ਨਾਲ। ਕਿਸੇ ਨੇ ਧਰਮਸ਼ਾਲਾ ਜਾਣਾ, ਇਹ ਬੱਸਾਂ ਵੋਲਵੋ ਚੱਲਦੀਆਂ, ਰਾਈਟ ਜੀ। ਜੇ ਕੋਈ ਸਵਾਰੀ ਕਰਨਾਲ ਤੋਂ ਜਾਂ ਪਾਣੀਪਤ ਤੋਂ ਜਾਂ ਅੰਬਾਲੇ ਤੋਂ ਕੋਈ ਉਹਦੇ 'ਚ ਬਹਿ ਗਈ ਤੇ ਪੰਜਾਬ ਦੇ ਵਿੱਚ ਦੀ ਉਹ ਕ੍ਰਾਸ ਕਰਕੇ ਤੇ ਅੱਗੇ ਪੰਜਾਬ ਨੂੰ ਕ੍ਰਾਸ ਕਰ ਗਈ, ਤੇ ਆਪਾਂ ਨੂੰ ਤਾਂ ਬਾਰਡਰ ਤੇ 6000 ਰੁਪਇਆ ਆਪਣਾ ਟੈਕਸ ਦੇ ਕੇ ਗਈ ਆ ਨਾ, ਤੇ ਆਪਣਾ ਕੀ ਢਿੱਡ ਦੁਖਦਾ ਜੀ ਜੇ ਕੋਈ 100 ਬੱਸ ਟੱਪਦੀ ਆ ਉੱਥੇ ਘੱਟੋ ਘੱਟ 100 ਬੱਸ ਦਾ 6 ਲੱਖ ਰੁਪਇਆ ਰੋਜ਼ ਦਾ ਬਣ ਗਿਆ ਜੀ। ਜੇ 6 ਲੱਖ ਰੁਪਇਆ ਆਪਾਂ ਨੂੰ ਦੇ ਕੇ ਅੱਗੇ ਟੱਪ ਕੇ ਆਪਣੀਆਂ ਸੜਕਾਂ ਦਾ ਟੋਲ ਵੀ ਕਟਾ ਕੇ ਗਏ ਆ, ਡੀਜ਼ਲ ਵੀ ਪੰਜਾਬ 'ਚ ਸਸਤਾ, ਉੱਥੋਂ ਤੇਲ ਵੀ ਪਵਾ ਕੇ ਗਏ ਆ, ਥੋੜਾ ਉਹ ਵੈਟ ਵੀ ਦੇ ਕੇ ਗਏ ਆ, ਆਪਣਾ ਕੀ ਢਿੱਡ ਦੁਖਦਾ। ਇਹ ਉਹਨਾਂ ਦੀ ਚੈਕਿੰਗ ਕਰੀ ਜਾਂਦਾ ਜੀ, ਇਹਨਾਂ ਕੋਲੇ ਸਟੇਜ ਕੈਰੇਜ ਪਰਮਿਟ ਨਹੀਂ, ਇਹਨਾਂ ਕੋਲੇ ਕੰਟਰੈਕਟ ਕੈਰੇਜ ਪਰਮਿਟ ਆ। ਵੀ ਭਲਿਆ ਲੋਕਾ ਦਿੱਲੀ ਵਾਲਿਆਂ ਦੀਆਂ ਬੱਸਾਂ, ਹਰਿਆਣੇ ਵਾਲਿਆਂ ਦੀਆਂ ਬੱਸਾਂ ਜੇ ਰਨ ਥਰੂ ਪੰਜਾਬੀ ਦੀ ਕਰ ਗਈਆਂ, ਇਹ ਨਾ ਕਰਨਗੇ ਕੋਈ ਹੋਰ ਕਰ ਜਾਣਗੇ। ਉਹ ਤਾਂ ਇਹ ਦਿਖਾਉਂਦੇ ਆ ਨਾ ਮੇਰਾ ਕਾਨੂੰਨ ਸਭ ਲਈ ਇੱਕੋ ਹੈ। ਕੀ ਇੱਕੋ ਆ ਕਾਨੂੰਨ ਜੀ? ਆਪਣੇ ਤੇ ਕਾਹਦਾ ਲਾਗੂ ਹੁੰਦਾ ਕਾਨੂੰਨ? ਜਿਹੜੀ ਬੱਸ ਆਪਣੇ ਪੰਜਾਬ ਦੀ ਅੱਗੇ ਟੱਪਦੀ ਆ, ਜਾਈ ਜਾਂਦੇ ਹੋ, ਆਪਾਂ ਨੂੰ ਤਾਂ ਅਗਲਾ ਰੈਵਨਿਊ ਦੇਗਾ, ਗੱਲ ਖਤਮ ਹੋ ਗਈ। ਆਪਾਂ ਕਿਉਂ ਰੋਕਣੀ ਆ? ਜਿਹੜੀ ਪੰਜਾਬ ਦੀ ਬੱਸ ਕੋਈ, ਦੇਖੋ ਜੀ ਅਸਲ ਗੱਲ ਪਤਾ ਕੀ ਆ, ਟੋਟਲ ਪੰਜਾਬ ਦੇ ਲੋਕਾਂ ਨੂੰ ਇਹ ਪੰਜਾਬੀ ਦੇ ਵਿੱਚ ਇੱਕ ਤਰ੍ਹਾਂ ਦਾ ਬੁੱਧੂ ਬਣਾ ਰਿਹਾ। ਠੀਕ ਹੈ। ਆਪਦੀ ਵਾਹ ਸਿਰਫ ਇਹ ਖੱਟਣ ਦਾ ਮਾਰਾ ਵੀ ਮੈਂ ਟਰਾਂਸਪੋਰਟ ਮਾਫੀਆ ਐਂ ਕਰਤਾ, ਓਂ ਕਰਤਾ। ਲਓ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਸਾਰੇ ਓਪਰੇਟਰਸ ਨੇ ਤਿਆਰੀ ਕਰ ਲਈ, ਕੋਈ ਧੀ ਵੇਚੇ ਕੋਈ ਪੁੱਤ ਵੇਚੇ, ਕਹਿੰਦੇ ਯਾਰ ਇਹਦੀ ਨਹੀਂ ਮੰਨੀ, ਆਪਾਂ ਸਾਰੇ ਟੈਕਸ ਭਰ ਦਿਓ, ਤੇ ਟਰਾਂਸਪੋਰਟ ਮਾਫੀਆ ਫਿਰ ਕਿੱਥੇ ਜਾਊਗਾ? ਜੇ ਅਗਲੇ ਹਫਤੇ ਸਭ ਨੇ ਟੈਕਸ ਭਰਤਾ ਤੇ ਸਾਰੀਆਂ ਬੱਸਾਂ ਫਿਰ ਰੋਡ ਤੇ ਆ ਜਾਣਗੀਆਂ, ਫਿਰ ਕੀ ਕਰੂਗਾ ਇਹ? ਕਿੱਥੇ ਗਿਆ ਫਿਰ ਮਾਫੀਆ? ਮਾਫੀਆ ਤੇ ਫਿਰ ਸੜਕਾਂ ਤੇ ਆ, ਫਿਰ ਆਜੂ ਨਾ ਸੜਕਾਂ ਤੇ। ਕੱਲਾ ਨੁਕਸ ਤਾਂ ਸਾਡੇ 'ਚ ਆਹੀ ਵੀ ਅਸੀਂ ਟੈਕਸ ਇਹਨਾਂ ਦੇ ਕਹਿਣ ਤੇ ਨਹੀਂ ਭਰਿਆ। ਜਿਵੇਂ ਇਹਨਾਂ ਨੇ ਜੱਟਾਂ ਨਾਲ ਕੀਤੀ ਸੀ ਨਾ, ਸਾਰੇ ਜੱਟ ਕਿਸਾਨ ਭਰਾ ਇਹਨਾਂ ਨੇ ਕਾਂਗਰਸ ਪਾਰਟੀ ਨੇ ਡਿਫਾਲਟਰ ਕਰਤੇ। ਕੈਪਟਨ ਸਾਹਿਬ ਦੇ ਇੱਕ ਬਿਆਨਾ ਵੀ ਤੁਸੀਂ ਕਿਸੇ ਨੇ ਕਰਜ਼ਾ ਨਹੀਂ ਦੇਣਾ, ਮੈਂ ਦੇਊਂਗਾ। ਉਹ ਜੱਟ ਨੇ ਕਿਸੇ ਨੇ ਨਾ ਆੜ੍ਹਤੀਏ ਦਾ ਦਿੱਤਾ, ਨਾ ਬੈਂਕ ਦਾ ਦਿੱਤਾ, ਨਾ ਸੁਸਾਇਟੀ ਦਾ ਦਿੱਤਾ, ਨਾ ਨੈਸ਼ਨਲ ਬੈਂਕ ਦਾ ਦਿੱਤਾ, ਵੀ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਆਪੇ ਦੇਣਗੇ। ਤੇ ਉਹਨਾਂ ਨੂੰ ਹੁਣ ਅੱਜ ਦੀ ਘੜੀ ਕਿਸੇ ਜ਼ਿਮੀਂਦਾਰ ਭਰਾ ਨੂੰ, ਕਿਸਾਨ ਨੂੰ ਨਾ ਕੋਈ ਬੈਂਕ ਥੜੇ ਚੜ੍ਹਨ ਦਿੰਦਾ, ਨਾ ਕੋਈ ਆੜ੍ਹਤੀ ਆਪਣਾ ਚੜ੍ਹਨ ਦਿੰਦਾ, ਤੇ ਇਹਨਾਂ ਨੇ ਹੱਸ ਕੇ ਵਿਖਾਤਾ। ਉਹਨਾਂ ਗੱਲਾਂ ਤੇ ਤਾਂ ਆਉਂਦੇ ਹੀ ਨਹੀਂ ਇਹ। ਉਵੇਂ ਜਿਵੇਂ ਇਹਨਾਂ ਨੇ ਸਾਡੇ ਨਾਲ ਕੀਤੀ, ਸਾਨੂੰ ਕਹਿੰਦੇ ਵੀ ਤੁਹਾਨੂੰ ਟੈਕਸ ਭਰਨ ਦੀ ਲੋੜ ਨਹੀਂ, ਅਸੀਂ ਬੈਠੇ ਹਾਂ, ਬੇਫਿਕਰ ਹੋ ਕੇ ਚਲਾਓ। ਚਲਾ ਕੇ 10 ਮਹੀਨੇ, ਅੱਜ ਕਹਿੰਦੇ ਜੀ ਹੁਣ ਸਾਡੇ ਕੋਲ ਤਾਂ ਟੈਕਸ ਮਤਲਬ ਕਿ ਅਸੀਂ ਤਾਂ ਕਰ ਨਹੀਂ ਸਕਦੇ ਜੀ, ਰਾਜਾ ਜੀ ਨਹੀਂ ਮੰਨਦੇ। ਲਓ ਹੁਣ ਰਾਜਾ ਜੀ ਦੀ ਫੜ ਲਓ ਪੂਛ। ਸਾਨੂੰ ਡਿਫਾਲਟ ਕਰਨ ਵਾਲੀ ਇਹ ਬੰਦੇ ਆ। ਨਹੀਂ ਅਸੀਂ 30 ਲੱਖ ਰੁਪਈਆ ਕੁਛ ਕਰਦੇ, ਅਸੀਂ ਚਾਹੇ ਕੋਈ ਆਪਦਾ ਕਿਸ਼ਤ ਤੋੜਦੇ, ਚਾਹੇ ਕੋਈ ਬੱਸ ਵੇਚਦੇ, ਕੁਛ ਅਸੀਂ ਨਾਲ ਦੀ ਨਾਲ ਭਰੀ ਜਾਂਦੇ। ਸਾਨੂੰ ਇਹਨਾਂ ਨੇ ਕੋਈ ਸਬਜ਼ਵਾਜ ਦਿਖਾਇਆ, ਫਿਰ ਹੀ ਅਸੀਂ ਡਿਫਾਲਟ ਹੋਏ, ਨਹੀਂ ਅਸੀਂ ਹੁੰਦੇ ਨਹੀਂ ਸੀ ਡਿਫਾਲਟ। ਢਿੱਲੋਂ ਸਾਹਿਬ ਇੱਕ ਫੋਟੋ ਹੋਰ, ਤੁਸੀਂ ਵਾਇਰਲ ਦੀ ਗੱਲ, ਵੀਡੀਓ ਦੀ ਇਹਨਾਂ ਦੀਆਂ ਗੱਲਾਂ ਕੀਤੀਆਂ, ਇੱਕ ਫੋਟੋ ਇਹਨਾਂ ਨੇ ਹੋਰ ਕੀਤੀ ਸੀ, ਦੋ ਬੱਸਾਂ ਤੇ ਇੱਕ ਨੰਬਰ ਲੱਗਿਆ ਵਾ, ਉਹ ਕੀ ਸੱਚਾਈ ਆ ਉਹਦੀ? ਭਾਈ ਸਾਹਿਬ ਮੈਂ ਇਹਨਾਂ ਨੂੰ ਹੀ ਇਹ ਸਵਾਲ ਕਰੂੰਗਾ, ਮੇਰੇ ਸਤਿਕਾਰਯੋਗ ਮੰਤਰੀ ਜੀ ਨੂੰ, ਵੀ ਮੈਨੂੰ ਐਂ ਦੱਸ ਦਿਓ, ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆਈ ਵੀ ਮੈਂ ਇੱਕ ਨੰਬਰ 2 ਬੱਸਾਂ ਤੇ ਕਿਉਂ ਲਾਉਂਗਾ, ਮੈਨੂੰ ਫਾਇਦਾ ਕਿੱਥੇ ਹੋਊਗਾ, ਮੈਨੂੰ ਐਂ ਤਾਂ ਦੱਸ ਦਿਓ। ਮੈਂ ਸਾਰੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਇਹ ਚੀਜ਼ ਪੁੱਛਦਾ ਵੀ ਮੈਨੂੰ ਐਂ ਦੱਸ ਦਿਓ ਭਰਾ ਮੇਰੇ, ਵੀ ਮੈਨੂੰ ਫਾਇਦਾ ਕਿੱਥੇ ਹੋਊ, ਮੈਨੂੰ ਵੀ ਪਤਾ ਲੱਗ ਜੇ। ਭਾਈ ਸਾਹਿਬ ਬੱਸ ਤੇ ਕੋਈ ਟੈਕਸ ਹੀ ਹੈ ਨਹੀਂ, ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ, ਤੁਹਾਨੂੰ ਵੀ ਇਸ ਗੱਲ ਦਾ ਨਹੀਂ ਪਤਾ। ਕਿਸੇ ਵੀ ਵਾਹੀਕਲ ਤੇ ਕੋਈ ਟੈਕਸ ਨਹੀਂ ਆ। ਠੀਕ ਹੈ ਜੀ। ਟੈਕਸ ਇਕੱਲਾ ਸਾਡੇ ਪਰਮਿਟ ਦੇ ਕਿਲੋਮੀਟਰਸ ਤੇ ਆ, ਤੇ ਉਹ ਇੱਕ ਬੱਸ 400 500 ਕਿਲੋਮੀਟਰ ਕਰਕੇ ਵਾਪਸ ਆ ਜਾਂਦੀ ਆ। ਠੀਕ ਹੈ ਜੀ। ਚਾਹੇ ਉਹ ਮੈਂ 2 ਬੱਸਾਂ ਤੋਂ ਕਰਾਵਾਂ, ਚਾਹੇ ਉਹ ਮੈਂ ਇੱਕ ਬੱਸ ਤੋਂ ਕਰਾਵਾਂ, ਮੈਨੂੰ ਟੈਕਸ ਉਨਾ ਹੀ ਦੇਣਾ ਪੈਣਾ। ਠੀਕ ਹੈ। ਤੇ ਬੱਸ ਮੈਂ ਕਿਉਂ 2 ਨੰਬਰ ਲਾਉਂਗਾ ਜੀ, ਜਦੋਂ ਮੈਨੂੰ ਟੈਕਸ ਹੀ ਹੈ ਨਹੀਂ, ਕੋਈ ਮੇਰੀ ਬੱਚਤ ਹੀ ਕੋਈ ਨਹੀਂ। ਤੁਸੀਂ ਦੱਸ ਦਿਓ ਮੈਨੂੰ, ਮੇਰੇ ਕੋਲੇ ਚਾਹੇ ਇੱਥੇ 100 ਬੱਸ ਖੜੀ ਆ, ਮੇਰੀ 100 ਬੱਸ ਦਾ ਕੋਈ ਟੈਕਸ ਨਹੀਂ, ਇੱਕ ਲਾਲ ਪੈਸਾ ਵੀ ਨਹੀਂ। ਟੈਕਸ ਮੈਨੂੰ ਸਿਰਫ ਕਿਲੋਮੀਟਰਸ ਦਾ, ਪਰਮਿਟਾਂ ਦਾ ਟੈਕਸ ਆ, ਉਹ ਮੈਂ ਪੇ ਕਰ ਰਿਹਾ। ਮੈਂ ਕਿਉਂ ਦੋ ਨੰਬਰ ਲਾ ਕੇ, ਜਿੱਥੇ ਮੇਰਾ ਬਹੁਤ ਵੱਡਾ ਫਾਇਦਾ ਹੁੰਦਾ ਹੋਵੇ ਨਾ, ਫਿਰ ਤਾਂ ਮੈਂ ਮੰਨ ਲੈਣਾ ਮੈਂ ਚੋਰੀ ਕਰਦਾ, ਮੈਨੂੰ ਫਾਇਦਾ ਹੀ ਨਹੀਂ ਕੋਈ ਚੋਰੀ ਕਰਨ ਦਾ। ਇੱਕ ਉਹ ਵਿੱਚੋਂ ਵੱਖਰਾ ਸਵਾਲ ਹੈ, ਜਦੋਂ ਸਰਕਾਰ ਸੀ ਤੁਹਾਡੀ, ਉਦੋਂ ਇੱਕ ਚਰਚਾ ਬੜੀ ਚੱਲਦੀ ਸੀ ਕਿ ਜਦੋਂ ਦੀਪ ਬੱਸ ਸੜਕ ਤੇ ਜਾਵੇ ਤਾਂ ਸੜਕ ਤੋਂ ਫਟਾਫਟ ਥੱਲੇ ਉਤਰ ਜੋ, ਐਂ ਨਹੀਂ ਪਤਾ ਉੱਤੇ ਚੜਾ ਦੇਣ, ਇੰਨੀ ਸਰਕਾਰੀ ਸ਼ੈ ਹੈ ਇਹਨਾਂ ਨੂੰ, ਤੇ ਮੁੜ ਕੇ ਬਾਤ ਵੀ ਨਹੀਂ ਪੁੱਛਦੇ। ਇਹਦੀ ਕੀ ਗੱਲ ਸੀ ਫਿਰ? ਪੂਰੀ ਡਰਾਈਵਰਾਂ ਨੂੰ ਸ਼ੈ ਦਿੱਤੀ ਹੋਈ ਸੀ ਉਦੋਂ ਤੁਸੀਂ? ਇਹ ਭਾਈ ਸਾਹਿਬ ਸਾਰੀਆਂ ਬਣਾਈਆਂ ਵੀਆਂ ਗੱਲਾਂ। ਦੇਖੋ ਇੱਕ ਚੀਜ਼ ਜ਼ਰੂਰ ਹੈਗੀ ਆ, ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹੁੰਦਾ, ਸਾਡੀ ਸਰਵਿਸ
ਜਿਸ ਕਰਕੇ ਅਸੀਂ ਕਾਮਯਾਬ ਹੋਏ ਹਾਂ। ਠੀਕ ਹੈ ਜੀ। ਅਸੀਂ ਆਪ ਮੋਨੀਟਰ ਕਰਦੇ ਹਾਂ, ਦੋਨੇ ਭਰਾ ਮੋਨੀਟਰ ਕਰਦੇ ਹਾਂ। ਠੀਕ ਹੈ ਜੀ। ਪਹਿਲਾਂ ਮੈਂ ਵੀ ਕਰਦਾ ਸੀ, ਹੁਣ ਮੈਂ ਸਿਆਸਤ 'ਚ ਪੈ ਗਿਆ। ਠੀਕ ਹੈ ਜੀ। ਮੇਰੇ ਛੋਟੇ ਭਰਾ ਸਨੀ ਉਹ ਪੂਰਾ ਇਸ ਚੀਜ਼ ਨੂੰ ਮੋਨੀਟਰ ਕਰਦੇ ਆ। ਅਸੀਂ ਆਪਦੇ ਪੈਸੇਂਜਰਸ ਨੂੰ ਜਿਹੜੇ ਸਾਡੇ ਨਾਲ ਟਰੈਵਲ ਕਰਦੇ ਆ ਉਹਨਾਂ ਨੂੰ ਰੱਬ ਦਾ ਰੂਪ ਸਮਝਦੇ ਆ, ਆਪਣੇ ਗਾਹਕ ਆ। ਠੀਕ ਹੈ। ਜਿਹੜਾ ਬੰਦਾ ਇੱਕ ਵਾਰੀ ਸਾਡੀ ਬੱਸ ਦੇ ਵਿੱਚ ਸਫ਼ਰ ਕਰ ਜਾਂਦਾ ਉਹ ਦੁਬਾਰਾ ਹੋਰ ਕੋਈ ਬੱਸ ਪ੍ਰੈਫਰ ਨਹੀਂ ਕਰਦਾ। ਠੀਕ ਹੈ। ਹਰ ਬੱਸ ਦੇ ਵਿੱਚ ਟੈਲੀਵਿਜ਼ਨ ਟੀਵੀ ਲੱਗਿਆ ਹੋਇਆ। ਠੀਕ ਹੈ ਜੀ। ਹਰ ਬੱਸ ਦੇ ਵਿੱਚ ਪਾਣੀ ਦੀ ਸੁਵਿਧਾ, ਫਸਟ ਏਡ, ਹਰ ਚੀਜ਼ ਸਾਡੀ ਬੱਸ ਦੇ ਵਿੱਚ ਅਵੇਲੇਬਲ ਮਿਲੂਗੀ। ਠੀਕ ਹੈ ਜੀ। ਅਗਲੀ ਗੱਲ, ਟਾਈਮ ਟੂ ਟਾਈਮ ਪਹੁੰਚਾਉਣ ਦੀ ਸਾਡੀ ਮੋਸਟ ਪ੍ਰਾਇੋਰਟੀ ਇਹ ਰਹਿੰਦੀ ਆ। ਜਿਹੜੀ ਸਵਾਰੀ ਨੇ ਟਾਈਮ ਸੋਚ ਲਿਆ ਵੀ ਇੰਨੇ ਵਜੇ ਪਹੁੰਚਣਾ ਤੇ ਅਸੀਂ ਉਸ ਟਾਈਮ ਤੇ ਉਹਨਾਂ ਨੂੰ ਉੱਥੇ ਪਹੁੰਚਾਉਣੇ ਆ। ਇਸ ਕਰਕੇ ਸਵਾਰੀ ਸਾਡੀ ਬੱਸ ਨੂੰ ਹਮੇਸ਼ਾ ਪ੍ਰੈਫਰ ਕਰਦੀ ਆ। ਉਹ ਜਦੋਂ ਤੁਸੀਂ ਕੋਈ ਵੀ ਟਾਈਮ ਦੇ ਪਾਬੰਦ ਹੋਵੋਗੇ, ਕਿਤੇ ਰਸਤੇ 'ਚ ਔਂਕੜ ਹੋਣ ਕਰਕੇ ਗੱਡੀ ਥੋੜੀ ਜਿਹੀ ਫਿਰ ਸਪੀਡ ਅਪ ਵੀ ਕਰਨੀ ਪੈਂਦੀ ਆ। ਠੀਕ ਹੈ। ਉਹ ਸਪੀਡ ਅਪ ਕਰਨ ਦੇ ਖਾਤਰ ਕੋਈ ਰੇਲਵੇ ਗੇਟ ਲੱਗ ਗਿਆ, ਕੋਈ ਜਾਮ ਲੱਗ ਗਿਆ, ਕੋਈ ਕਈ ਵਾਰੀ ਕੋਈ ਧਰਨੇ ਪ੍ਰਦਰਸ਼ਨ ਵਾਲੇ ਆ ਜਾਂਦੇ ਆ, ਆਪਾਂ ਨੂੰ ਵਲ ਕੇ ਜਾਣਾ ਪੈਂਦਾ। ਉੱਥੇ ਡਰਾਈਵਰ ਥੋੜ੍ਹਾ ਜਿਹਾ ਮਤਲਬ ਗੱਡੀਆਂ ਉਸ ਟਾਈਮ ਨੂੰ ਕਵਰ ਕਰਨ ਦੀ ਮਾਰੇ ਗੱਡੀ ਥੋੜ੍ਹੀ ਜਿਹੀ ਖਿੱਚ ਕੇ ਲੈ ਜਾਂਦੇ ਆ ਤਾਂ ਕਿ ਪੈਸੇਂਜਰਸ ਨੂੰ ਫੀਲ ਨਾ ਹੋਵੇ ਵੀ ਇੰਨਾ ਟਾਈਮ ਲੱਗ ਗਿਆ। ਉਹ ਫਾਸਟ ਜਾਂਦੇ ਆ, ਜਾਣ ਕਰਕੇ ਲੋਕ ਕਹਿੰਦੇ ਆ ਜੀ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਤੇ ਭਾਈ ਸਾਹਿਬ ਇੱਕ ਸੜਕਾਂ ਉਦੋਂ ਇਹੋ ਜਿਹੀਆਂ ਸੀ, ਤੁਹਾਨੂੰ ਮੈਂ ਸਹੀ ਗੱਲ ਦੱਸਾਂ, ਸਿੰਗਲ ਰੋਡ ਸੀ। ਹੁਣ ਉਹੀ ਡਬਲ ਰੋਡ ਆ। ਬੜੀ ਪਰਮਾਤਮਾ ਦੀ ਕਿਰਪਾ, ਕਦੇ ਗੱਡੀ ਭਜਾਉਣ ਦੀ ਲੋੜ ਨਹੀਂ ਪਈ, ਆਰਾਮ ਨਾਲ ਜਾਂਦੀਆਂ, ਆਰਾਮ ਨਾਲ ਆਉਂਦੀਆਂ। ਉਸੇ ਟਾਈਮ 'ਚ ਉਦੋਂ ਰੋਡ ਵੀ ਬਣਦੀ ਸੀ ਜਿਸ ਕਰਕੇ ਥੋੜ੍ਹਾ ਖਿੱਚਦੇ ਸੀ ਡਰਾਈਵਰ ਗੱਡੀਆਂ। ਪਰ ਪੈਸੇਂਜਰਸ ਅੱਜ ਦੀ ਘੜੀ ਪਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਜ਼ਿਆਦਾ ਨਿਊ ਦੀ ਬੱਸ ਸਰਵਿਸ ਨੂੰ ਪ੍ਰੈਫਰ ਕਰਦੇ ਆ, ਕਿਉਂਕਿ ਸਾਡੀ ਸਰਵਿਸ ਵਾਈਜ਼ ਲੋਕਾਂ ਦੀ ਗੱਲ ਸੁਣਨੀ। ਸਾਨੂੰ ਅੱਧੀ ਰਾਤ ਨੂੰ ਵੀ ਕੋਈ ਟੈਲੀਫੋਨ ਆ ਜੇ ਨਾ ਕਿਸੇ ਦਾ ਵੀ ਮੈਨੂੰ ਆਹ ਤੁਹਾਡੀ ਬੱਸ ਦੇ ਵਿੱਚ ਪ੍ਰੋਬਲਮ ਆਉਂਦੀ ਆ, ਤੇ ਸਾਡੇ ਸਟਾਫ ਵਾਲੇ ਦੀ ਕਿਸੇ ਦੀ ਜ਼ਰੂਰਤ ਨਹੀਂ ਉਹਦੀ ਗੱਲ ਨਾ ਸੁਣਨ ਜਾਂ ਹੈਲਪ ਨਾ ਕਰਨ। 24 ਘੰਟੇ ਸਾਡੇ ਫੋਨ ਹਮੇਸ਼ਾ ਖੁੱਲ੍ਹੇ ਰਹਿੰਦੇ ਆ ਅੱਜ ਦੀ ਘੜੀ ਵੀ। ਮਤਲਬ ਕਿ ਰਾਤ ਨੂੰ ਤਾਂ ਖਾਸ ਕਰਕੇ, ਦਿਨੇ ਮੈਂ ਕਿਸੇ ਦਾ ਫੋਨ ਇਗਨੋਰ ਕਰਦਾ ਤਾਂ ਕਰਦਾ, 8 ਵਜੇ ਤੋਂ ਬਾਅਦ ਮੈਂ ਕਦੇ ਕਿਸੇ ਦਾ ਫੋਨ ਇਗਨੋਰ ਨਹੀਂ ਕਰਦਾ। ਕਦੇ ਕੋਈ ਪ੍ਰੋਬਲਮ ਆ ਜਾਏ ਗੱਡੀ ਕੋਈ ਰਸਤੇ 'ਚ, ਲਾਸਟ ਟਾਈਮ ਸਾਡਾ ਕਿਤੇ ਰੱਬ ਨਾ ਕਰੇ ਕੋਈ ਖਰਾਬ ਹੋ ਜੇ ਤੇ ਹਰ ਥਾਂ ਤੇ ਸਾਡੀਆਂ ਗੱਡੀਆਂ ਖੜੀਆਂ, ਵਿਦਿਨ ਹਾਫ ਐਨ ਆਰ ਆ ਕੇ ਅਸੀਂ ਉਹਦੀ ਸਵਾਰੀ ਚੱਕ ਲੈਂਦੇ ਆ। ਲੋਕਾਂ ਨੂੰ ਕਦੇ ਰਾਹ 'ਚ ਨਹੀਂ ਅਸੀਂ ਆਪਣਾ ਪਰੇਸ਼ਾਨ ਹੋਣ ਦਿੱਤਾ। ਇਸ ਕਰਕੇ ਲੋਕ ਸਾਨੂੰ ਪ੍ਰੈਫਰ ਕਰਦੇ। ਇਹ ਰਾਜ ਆ ਸਾਡਾ ਜੀ। ਆਖਰੀ ਸਵਾਲ, 2022 ਦੀਆਂ ਚੋਣਾਂ ਦੇ ਵਿੱਚ ਕੀ ਤਿਆਰੀ ਲੈ ਕੇ ਚੱਲੇ ਹੋ, ਕਿਸ ਤਰੀਕੇ ਦੇ ਨਾਲ, ਕਿਉਂਕਿ ਜਿਸ ਹਿਸਾਬ ਨਾਲ ਤੁਹਾਡਾ ਮੁਕਾਬਲਾ ਹੈ ਚਰਚਿਤ ਮੰਤਰੀ ਦੇ ਨਾਲ, ਕਿਵੇਂ ਟੱਕਰਾ ਕਰੋ? ਇਹ ਸਰ ਜਿਹੜਾ ਚਰਚਿਤ ਮੰਤਰੀ ਜੀ ਆ ਨਾ ਜੀ, ਇਹ ਬਾਹਰ ਬਹੁਤ ਜ਼ਿਆਦਾ ਚਰਚਿਤ ਆ। ਆਮ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ। ਪਰ ਜਿਹੜੀ ਸਾਡੀ ਗਿੱਦੜਵੇ ਦੀ ਸੰਗਤ ਆ ਨਾ ਜੀ, ਜੋ ਇਹਨਾਂ ਨੇ ਇੱਕ ਹਊਆ ਬਣਾਇਆ ਹੋਇਆ ਆਪਦਾ ਵੀ ਮੈਂ ਐਂ ਕਰਤਾ, ਮੈਂ ਐਂ ਕਰਤਾ, ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਕੀਤਾ ਇਹਨਾਂ ਨੇ। ਸਹੀ ਮਾਇਨਿਆਂ ਦੇ ਵਿੱਚ ਤੁਸੀਂ ਇਹ ਗੱਲ ਮੈਂ ਕਹੂੰਗਾ ਤਾਂ ਐਂ ਲੱਗੂਗਾ ਵੀ ਖਣੀ ਇਹ ਵਿਰੋਧੀ ਹੋਣ ਕਰਕੇ ਕਹਿੰਦਾ। ਤੁਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਆਮ ਜਾ ਕੇ ਸ਼ਹਿਰ 'ਚ, ਪਿੰਡਾਂ ਦੇ ਵਿੱਚ, ਆਮ ਤੁਸੀਂ ਸੱਥਾਂ 'ਚ ਜਾ ਕੇ ਪੁੱਛਿਓ ਕੀ ਹਾਲਾਤ ਆ, ਵੀ ਤੁਹਾਡੇ ਮੰਤਰੀ ਦੀ ਕੀ ਪੋਜੀਸ਼ਨ ਆ। ਤੁਸੀਂ ਇਹ ਸਵਾਲ ਮੈਨੂੰ ਦੁਬਾਰੇ ਨਹੀਂ ਕਰੋਗੇ, ਇਹ ਮੇਰੀ ਗਰੰਟੀ ਆ। ਕਿਉਂਕਿ ਐਕਚੁਅਲ ਦੇ ਵਿੱਚ ਜੋ ਚੀਜ਼ ਬਾਹਰ ਲਿਫਾਫੇਬਾਜ਼ੀ ਸਾਡੇ ਮੰਤਰੀ ਜੀ ਦਿਖਾ ਰਹੇ ਆ ਉਹ ਹੈ ਨਹੀਂ, ਉਹਦੇ ਉਲਟਾ ਸਾਰਾ ਕੁਝ। ਇਹ ਤਾਂ ਤੁਸੀਂ ਕੋਡ ਲੱਗਣ ਦਿਓ, ਜਿੱਦਾਂ ਕੋਡ ਲੱਗ ਗਿਆ ਟੋਟਲ ਸਾਰੇ ਹਲਕੇ ਦੀ ਸਾਡੀ ਪਿਕਚਰ ਹੀ ਚੇਂਜ ਹੋ ਜਾਣੀ ਆ। ਟੋਟਲੀ ਪਿਕਚਰ ਚੇਂਜ ਹੋ ਜਾਣੀ ਆ, ਕਿਉਂਕਿ ਮੈਂ ਤਾਂ ਵਿੱਚ ਵਿਚਰ ਰਿਹਾ ਨਾ ਹਲਕੇ ਦੇ। ਅਸੀਂ ਸਾਰੇ ਜਣੇ ਕੱਲੇ ਘਰ ਦੇ ਵਿੱਚ ਜਾ ਕੇ ਦੇਖ ਰਹੇ ਆ, ਹਰ ਸੱਜਣ ਨੂੰ ਮਿਲ ਰਹੇ ਆ, ਦੁੱਖ ਸੁੱਖ ਦੇ ਵਿੱਚ ਹਮੇਸ਼ਾ 5 ਸਾਲ ਦਾ ਹੀ ਮੈਂ ਲੱਗਿਆ ਹੋਇਆ ਜੀ, ਗੈਪ ਨਹੀਂ ਪਾਇਆ। ਜਦੋਂ ਦਾ ਮੈਂ ਹਾਰਿਆ ਹੀ ਨਹੀਂ ਵੀ ਮੈਂ ਨਾਰਾਜ਼ ਹੋ ਕੇ ਘਰੇ ਬਹਿ ਗਿਆ। ਮੈਂ ਤਾਂ ਸਿਰਫ ਇਹੀ ਸੋਚਿਆ ਵੀ ਮੇਰੇ 'ਚ ਕੋਈ ਖਾਮੀ ਹੋਣੀ ਆ, ਵੀ ਮੇਰੇ ਤੋਂ ਕੋਈ ਸੇਵਾ ਦੀ ਕਮੀ ਰਹਿ ਗਈ ਹੋਣੀ, ਜਿਸ ਕਰਕੇ ਲੋਕਾਂ ਨੇ ਮੈਨੂੰ ਵੋਟ ਨਹੀਂ ਪਾਈ। ਤੇ ਐਗਤੀ ਵੱਧ ਸੇਵਾ ਕਰਾਂਗੇ ਜੇ ਪਰਮਾਤਮਾ ਨੇ ਸਰਕਾਰ ਬਖਸ਼ੀ ਤੇ ਮੈਨੂੰ ਹਲਕੇ ਨੇ ਸੇਵਾ ਬਖਸ਼ੀ, ਤੇ ਇਦੋਂ ਚੌਗਣਾ ਹੋ ਕੇ ਕੰਮ ਕਰਾਂਗੇ, ਤਕੜੇ ਹੋ ਕੇ। ਪਹਿਲਾਂ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਨਾ ਭਾਈ ਸਾਹਿਬ, ਮੈਂ ਗਰੰਟੀ ਕਰਦਾ, ਇਹ ਤਾਂ ਰੋਜ਼ ਕਹਿੰਦਾ ਨਾ ਵੀ ਬਾਦਲ ਵਾਲਿਆਂ ਨੇ ਕੀਤਾ ਕੁਛ ਨਹੀਂ। ਮੈਂ ਕਹਿੰਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਹੋਏ ਨਾ ਹਲਕੇ 'ਚ, 10 ਪੈਸੇ ਵੀ ਨਹੀਂ ਕੀਤੇ ਸਾਡੇ ਮੰਤਰੀ ਜੀ ਨੇ, 10 ਪੈਸੇ ਵੀ ਕੀਤੇ ਹੋਣ। ਇੰਨੀਆਂ ਵੱਡੀਆਂ ਮੱਲਾਂ ਮਾਰੀਆਂ ਵੀ। ਸਾਨੂੰ ਸਰਦਾਰ ਬਾਦਲ ਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਇਸ ਹਲਕੇ ਵਾਸਤੇ ਖਾਸ ਕਰਕੇ ਸਭ ਤੋਂ ਪਿਆਰਾ ਹਲਕਾ ਉਹਨਾਂ ਦਾ ਗਿੱਦੜਵਾ ਸੀ, ਕਿਉਂਕਿ ਬਾਦਲ ਸਾਹਿਬ ਇੱਥੋਂ 8 ਵਾਰੀ ਜਿੱਤੇ ਸੀ, 4 ਵਾਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਿੱਤੇ ਸੀ। ਚਲੋ ਛੱਡ ਕੇ ਚਲੇ ਗਏ, ਗੱਲ ਵੱਖਰੀ ਆ। ਪਰ ਇਸ ਹਲਕੇ ਨੂੰ ਕਦੇ ਕਿਸੇ ਨੇ, ਮੈਨੂੰ 4 ਸਾਲ ਮੈਂ ਸੇਵਾ ਕੀਤੀ ਇਸ ਹਲਕੇ ਦੀ, ਮੈਂ ਕਦੇ ਖਾਲੀ ਹੱਥ ਨਹੀਂ ਮੁੜਿਆ ਚੰਡੀਗੜ੍ਹੋਂ CM ਹਾਊਸ 'ਚੋਂ।
ਜੋ ਅਸੀਂ ਮੰਗ ਲਿਆ, ਜਿਹੜੀ ਡਿਮਾਂਡ ਰੱਖਤੀ, ਤੁਸੀਂ ਇਹ ਗੱਲ ਸਾਰੇ ਹਲਕੇ ਤੋਂ ਮੈਂ ਪੁੱਛ ਸਕਦੇ ਹੋ, ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਪੂਰੀ ਵਜਨ ਵਾਲੀ ਗੱਲ ਹੋਊਗੀ, ਇੱਕ ਪੈਸਾ ਵੀ ਤੁਹਾਨੂੰ ਫਰਕ ਨਹੀਂ ਨਜ਼ਰ ਆਊਗਾ। ਜਿਹੜੀ ਗੱਲ ਮੂੰਹੋਂ ਅਸੀਂ ਕੱਢਤੀ ਵੀ ਸਾਨੂੰ ਕੱਸੀ ਚਾਹੀਦੀ ਆ, ਸਾਨੂੰ ਖਾਲ ਚਾਹੀਦੇ ਆ, ਸਾਨੂੰ ਸਟੇਡੀਅਮ ਚਾਹੀਦਾ, ਸਾਨੂੰ ਆਹ ਚਾਹੀਦਾ, ਸਾਨੂੰ ਵਾਟਰ ਵਰਕਸ ਚਾਹੀਦੇ ਆ, ਮੂੰਹ ਚੋਂ ਨਹੀਂ ਕਦੇ ਇਹਨਾਂ ਨੇ ਕੱਢਣ ਦਿੱਤਾ ਸੀ, ਪਹਿਲਾਂ ਪੂਰਾ ਕਰਕੇ ਦਿੰਦੇ ਸੀ। ਤੇ ਲੋਕਾਂ ਨੂੰ ਵੀ ਹੁਣ ਸਮਝ ਆ ਗਈ ਆ ਵੀ ਜਿਹੜੇ ਇਹਨਾਂ ਨੇ ਗੱਪ ਸਲੱਪ ਮਾਰੇ ਸੀ, ਸਬਜ਼ਬਾਜ਼ ਕੁਝ ਹੋਰ ਦਿਖਾ ਰਹੇ ਆ, ਐਕਚੁਅਲ ਫੈਕਟ ਤਾਂ ਭਾਈ ਸਾਹਿਬ ਇਹ ਸੀ, ਘਰ ਘਰ ਨੌਕਰੀ ਨਹੀਂ ਦਿੱਤੀ, ਸਮਾਰਟਫੋਨ ਨਹੀਂ ਦਿੱਤੇ, ਕਰਜ਼ਾ ਮਾਫੀ ਨਹੀਂ ਕੀਤੀ, ਸਮਾਰਟ ਸਕੂਲ ਕੱਲੇ ਰੰਗ ਕਰਕੇ ਸਮਾਰਟ ਸਕੂਲ ਨਹੀਂ ਬਣਦੇ, ਉਹ ਬਣਾਏ ਆ ਇਹਨਾਂ ਨੇ। ਜਿੰਨੀ ਪ੍ਰੋਮਿਸਸ ਕੀਤੇ ਸੀ ਟੋਟਲ ਫਾਲਸ। ਉਹ ਪ੍ਰੋਮਿਸਸ ਨੂੰ ਇਹਨਾਂ ਨੇ ਕਵਰ ਕਰਨ ਦੀ ਖਾਤਰ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਤੁਰੇ ਜਾਂਦਿਆਂ ਨੂੰ ਸ਼ਗਨ ਦੇਣਾ, ਰਸਤੇ 'ਚ ਰੋਕ ਕੇ ਰੋਟੀ ਖਾ ਲੈਣੀ, ਕਿਸੇ ਕੋਲੇ ਚਾਹ ਦਾ ਕੱਪ ਪੀ ਲੈਣਾ, ਇਹ ਸਿਰਫ ਇੱਕ ਜੁਮਲੇਬਾਜ਼ੀ ਆ ਜੀ। ਇਹਦੇ ਨਾਲ ਇਲੈਕਸ਼ਨ ਨਹੀਂ ਜਿੱਤਿਆ ਜਾਣਾ। ਇਹ ਤਾਂ ਸਿਰਫ ਮਹੀਨਾ ਲੋਕ ਵੇਟ ਕਰ ਰਹੇ ਆ ਵੀ ਸ਼ਾਇਦ ਸਾਰਾ ਕੁਝ ਰੀਸ਼ਫਲ ਹੋਇਆ, ਸਾਡੇ MLA ਕੋਲੇ ਪਾਵਰ ਆਈ ਆ, ਮੰਤਰੀ ਜੀ ਬਣਿਆ, ਸ਼ਾਇਦ ਕਿਤੇ ਨੌਕਰੀ ਲਵਾ ਦੇ, ਸਿਰਫ ਲੋਕ ਵੇਟ ਕਰ ਰਹੇ ਆ। ਤੇ ਇਹ 1 ਮਹੀਨੇ 'ਚ ਇਹਨਾਂ ਦੀ ਫੂਕ ਨਿਕਲ ਜਾਣੀ ਆ ਜੀ, ਕਿਉਂਕਿ ਫੂਕ ਇਹਨਾਂ ਦੀ ਐਂ ਨਿਕਲਣੀ ਆ, ਲੱਗਣੇ ਇਹਨਾਂ ਤੋਂ ਹੈ ਨਹੀਂ। ਜਿਹੜੇ ਐਡੇ ਐਡੇ ਵੱਡੇ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਹੋਣੇ, ਹੋਰ ਗੱਲਾਂ ਬਾਤਾਂ ਵਿਖਾਈ ਜਾਂਦੇ ਆ ਵੀ ਐਂ ਕਰ ਦਾਂਗੇ, ਇਉਂ ਕਰ ਦਾਂਗੇ, ਐਂ ਕਰ ਦਾਂਗੇ। ਲੋਕਾਂ ਨੂੰ ਪਤਾ ਲੱਗ ਜਾਣਾ। ਔਰ ਮੈਂ ਤੁਹਾਨੂੰ ਇਹ ਅੱਜ ਦੀ ਗੱਲ ਮੇਰੀ ਨੋਟ ਕਰ ਲਿਓ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਦੇਣਾ ਭਾਈ ਸਾਹਿਬ, ਸਰਕਾਰ ਵੀ ਅਗਲੀ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਔਰ ਬੜੀ ਭਾਰੀ ਆਪਣਾ ਬਹੁਮਤ ਨਾਲ ਮਿਲੂਗੀ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਜਿਹੜੇ ਇਹ ਐਸਟੀਮੇਟ ਲਾਈ ਬੈਠੇ ਨੇ ਵੀ ਅਸੀਂ ਦੁਬਾਰਾ ਰਿਪੀਟ ਕਰਾਂਗੇ, ਮੈਂ ਇਸ ਗੱਲ ਦੀ ਗਰੰਟੀ ਕਰਦਾ, ਇਹ ਤਾਂ ਰਿਪੀਟ ਦੇ ਸੁਪਨੇ ਲਾਈ ਬੈਠੇ, ਇਹਨਾਂ ਨੂੰ ਆਪਦੀ ਜ਼ਮਾਨਤਾਂ ਕਿਉਂ ਹੋਣਗੀਆਂ ਬਚਾਉਣੀਆਂ। ਲੋਕ ਇਹਨਾਂ ਤੋਂ ਇੰਨੇ ਦੁਖੀ ਆ, ਤੁਸੀਂ ਗਰਾਊਂਡ ਲੈਵਲ 'ਤੇ ਜਾ ਕੇ ਚੈੱਕ ਕਰਿਓ, ਫਿਰ ਤੁਹਾਨੂੰ ਅਸਲੀਅਤ ਸਾਹਮਣੇ ਆਊਗੀ। ਬਹੁਤ ਬਹੁਤ ਧੰਨਵਾਦ ਜੀ ਸਰ ਥੈਂਕ ਯੂ। ਤਾਂ ਗੱਲਬਾਤ ਕੀਤੀ ਡਿੰਪੀ ਢਿੱਲੋਂ ਜੀ ਨਾਲ, ਬੜੇ ਹਲੀਮੀ ਨਾਲ ਉਹਨਾਂ ਨੇ ਹਰ ਗੱਲ ਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਟੈਕਸ ਚੋਰੀ ਅਸੀਂ ਨਹੀਂ ਕੀਤਾ, ਸਾਨੂੰ ਸਰਕਾਰ ਵੱਲੋਂ ਰਿਆਇਤ ਦਿੱਤੀ ਗਈ ਸੀ ਜਿਸ ਤੋਂ ਸਰਕਾਰ ਭੱਜੀ ਹੈ। ਨਾਲ ਹੀ ਉਹਨਾਂ ਕਿਹਾ ਕਿ ਜੋ ਰਾਜਾ ਵੜਿੰਗ ਨੇ ਉਹ ਦਿਖਾਵੇਬਾਜ਼ੀ ਜ਼ਿਆਦਾ ਕਰਦੇ ਨੇ, ਪਰ ਅਸਲ ਹਕੀਕਤ ਦੇ ਵਿੱਚ ਉਹ ਕੰਮ ਨਹੀਂ ਕਰ ਰਹੇ। ਉਹਨਾਂ ਇਹ ਵੀ ਸਵਾਲ ਉਠਾਇਆ ਕਿ ਜੇ ਕਾਰਵਾਈ ਕਰਨੀ ਹੈ, ਸਾਡੇ ਤੇ ਕਰ ਰਹੇ ਹੋ ਕਰੋ, ਪਰ ਨਾਲ ਉਹ ਬੱਸਾਂ 'ਤੇ ਵੀ ਕਰੋ ਜੋ ਖੁਦ ਕਾਂਗਰਸੀਆਂ ਦੀਆਂ ਨੇ। ਗ੍ਰੀਨ ਦਾ ਨਾਮ ਲਿਆ ਉਹਨਾਂ ਨੇ, ਕਰਤਾਰ ਬੱਸ ਦਾ ਨਾਮ ਲਿਆ ਉਹਨਾਂ ਨੇ, ਤਾਂ ਉਹ ਕਹਿੰਦੇ ਪਹਿਲਾਂ ਇਹਨਾਂ 'ਤੇ ਬਰਾਬਰ ਕਾਰਵਾਈ ਕਰੋ ਤਾਂ ਕਿ ਪਤਾ ਲੱਗੇ ਕਿ ਵਾਕਈ ਤੁਸੀਂ ਸਹਿਰਦ ਹੋ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਅਵਾਜ਼ TV।